हेलो स्टूडेंट्स, वेलकम ऑन यदू एजुकेशन। हाँ जी, यदू एजुकेशन के प्लेटफॉर्म पर तुहाडा बहुत बहुत स्वागत है। कल जिस तरह आप कीते सी सारी लैंगुएज स्किल्स कीतियां सी, तो अज आप उन्हां नाल रिलेटेड MCQs करन जा रहे हैं। हाँ जी, फर्स्ट MCQ है, हाउ विल अ टीचर बेस्ट टीच राइटिंग स्किल्स टू अ क्लास। ठीक है, एक टीचर राइटिंग स्किल्स सिखाउणी होगी क्लास ਨੂੰ किस तरह बेस्ट तरीके ਦੇ ਨਾਲ ਸਿਖਾ ਸਕਦਾ ਹੈ। फर्स्ट ऑप्शन है बाय ब्रेन स्टॉर्मिंग आइडियाज़ एंड आस्किंग स्टूडेंट्स टू राइट इन देयर ओन वर्ड्स। ਉਹਨਾਂ ਨੂੰ ਕਹਿੰਦੇ ਕੀ ਹੈਗਾ, ਮਤਲਬ ਬ੍ਰੇਨ ਸਟੋਰਮਿੰਗ ਆਈਡੀਆਜ਼ ਦੇ ਥਰੂ ਸਿਖਾ ਸਕਦਾ ਕਿ ਉਹਨਾਂ ਨੂੰ ਕੀ ਕਹਿਣਾ ਗਾ ਕਿ ਆਪਣੇ ਸ਼ਬਦਾਂ ਦੇ ਵਿੱਚ ਲਿਖੋ, ਜੋ ਵੀ ਆਪਣੇ ਆਈਡੀਆਜ਼ ਨੇ ਉਹਨਾਂ ਨੂੰ ਬੱਚੇ ਆਪਣੇ ਸ਼ਬਦਾਂ ਦੇ ਵਿੱਚ ਵਿਅਕਤ ਕਰਨਾ ਨਾ, ਆਪਣੇ ਸ਼ਬਦਾਂ ਦੇ ਵਿੱਚ ਲਿਖਣ। ਉਹਨੂੰ ਬੋਲਦੇ ਆਪਾਂ ਬ੍ਰੇਨ ਸਟੋਰਮਿੰਗ ਆਈਡੀਆਜ਼, ਉਹਨਾਂ ਨੂੰ ਐਕਸਪ੍ਰੈਸ ਕਰਦੇ ਨੇ, ਆਈਡੀਆਜ਼ ਨੂੰ ਨਾ ਕਲੈਕਟ ਕਰਦੇ ਨੇ, ਆਰਗੇਨਾਈਜ਼ ਕਰਦੇ ਨੇ। ਬਾਏ ਆਸਕਿੰਗ ਸਟੂਡੈਂਟਸ ਟੂ ਰਾਈਟ ਨੀਟਲੀ, ਜਾਂ ਫਿਰ ਸਟੂਡੈਂਟਸ ਨੂੰ ਕਹਿਣਾ ਹੈ ਕਿ ਨੀਟਲੀ ਮਤਲਬ ਸਾਫ਼ ਲਿਖਣਾ ਹੈ। ਥਰੂ ਡਿਕਟੇਸ਼ਨ ਦੇ ਥਰੂ ਲਿਖਵਾਇਆ ਜਾਣਾ ਗਾ, ਜਾਂ ਬਾਏ ਆਸਕਿੰਗ ਸਟੂਡੈਂਟਸ ਟੂ ਲਰਨ ਆਰਟੀਕਲਸ ਐਂਡ ਰੀਰਾਈਟ ਦੈਮ, ਜਾਂ ਫਿਰ ਸਟੂਡੈਂਟਸ ਨੂੰ ਆਰਟੀਕਲ ਲਰਨ ਕਰਵਾਉਣੇ ਨੇ ਅਤੇ ਕਹਿਣਾ ਹੈ ਕਿ ਇਹਨਾਂ ਨੂੰ ਦੁਬਾਰਾ ਲਿਖੋ। ਤਾਂ ਹਾਂਜੀ, ਬੈਸਟ ਤਰੀਕੇ ਨਾਲ ਅਸੀਂ ਕਿਵੇਂ ਟੀਚ ਕਰ ਸਕਦੇ ਹਾਂ, ਰਾਈਟਿੰਗ ਸਕਿੱਲ ਕਿਸ ਤਰ੍ਹਾਂ ਨਾਲ ਇੰਪਰੂਵ ਕੀਤੀ ਜਾ ਸਕਦੀ ਹੈ ਬੱਚਿਆਂ ਦੀ, ਜਦੋਂ ਉਹਨਾਂ ਨੂੰ ਆਈਡੀਆਜ਼ ਨੂੰ ਐਕਸਪ੍ਰੈਸ ਕਰਨ ਦਾ ਅਸੀਂ ਮੌਕਾ ਦੇਵਾਂਗੇ। ਠੀਕ ਹੈ, ਤਾਂ ਫਸਟ ਆਪਸ਼ਨ ਇਹਦੀ ਬਿਲਕੁਲ ਸਹੀ ਬਣ ਜਾਂਦੀ ਹੈ ਜੀ। ਨੈਕਸਟ ਹੈ, ਅ ਟੀਚਰ ਕੈਨ ਡਿਵੈਲਪ ਲਿਸਨਿੰਗ ਸਕਿੱਲ ਇਨ ਇੰਗਲਿਸ਼ ਬਾਏ। फर्स्ट ऑप्शन है स्पीकिंग टू दैम कंटिन्यूसली बोथ विद इन द क्लासरूम एंड आउटसाइड। ठीक है, कहते एक टीचर ने लिसनिंग स्किल डिवेलप करनी हैगी बच्चों के विच, किस तरह नाल की जाऊगी, स्पीकिंग टू दैम कंटिन्यूसली बोथ विद इन द क्लासरूम एंड आउटसाइड। ठीक है, उन्होंने कहना है कि लगातार इंग्लिश बोलो, कितने क्लासरूम के भी इंग्लिश बोलो लगातार, तो आउटसाइड क्लास तो बाहर जाने हो ज़्यादा, तो उत्थे सोसाइटी के जाके भी तुसीं की हैगा लगातार इंग्लिश नूं बोलते रहो। या फिर सेकंड ऑप्शन है फोकसिंग ओनली ऑन लिसनिंग स्किल्स विदाउट एसोसीएशन इट विद अदर लैंग्वेज स्किल्स। ठीक है, किस चीज़ पर फोकस करना गा, ओनली सिर्फ तो सिर्फ कहते लिसनिंग स्किल पर फोकस करना गा, तो कहते इनू मतलब दूसरिया स्किल्स ने जिहड़ियां उन्होंने एसोसीएट बिना किए ये एसोसीएट ना करते हुए। ठीक है, थर्ड बन जाती है मेकिंग द लर्नर्स लिसन टू एवरीथिंग दे हीयर पैसिवली। ठीक है, कहते जो चीज़ ਨੂੰ भी वो सुन रहे हैं, चाहे वो पैसिव होकर सुन रहे हैं, तो उन्होंने की करना गा कि वो हर एक चीज़ ਨੂੰ सुनन। ठीक है, लर्नर लिसन टू एवरीथिंग, हर एक चीज़ उन्होंने की हैगा सुननी हैगी। कहते फोर्थ है क्रिएटिंग अपॉर्चुनिटीज़ फॉर दैम टू लिसन टू अ वैरायटी ऑफ सोर्सिज एंड पीपल एंड एंगेज इन लिसनिंग एक्टिविटीज़। ठीक है, कहते उन्होंने लिए मौके क्रिएट करने ने, अपॉर्चुनिटीज़ क्रिएट करनियां ने ਵੱਖ-ਵੱਖ ਵੈਰਾਈਟੀਆਂ ਦੇ ਜਿਹੜੇ ਅਲੱਗ-ਅਲੱਗ ਸੋਰਸਿਸ ਤੋਂ ਕੀ ਆ ਉਹ ਸੁਣ ਸਕਣ, ਜਾਂ ਕਿ ਲੋਕਾਂ ਤੋਂ, ਜਾਂ ਕੀ ਹੈਗਾ ਇਹਦੇ ਵਿੱਚ ਲਿਸਨਿੰਗ ਐਕਟੀਵਿਟੀਜ਼ ਇੰਗੇਜ ਹੁੰਦੀਆਂ ਨੇ ਜਿਹੜੀਆਂ ਉਹਨਾਂ ਤੋਂ। ਕਹਿਣ ਦਾ ਭਾਵ ਹੈ ਹੁਣ ਪਹਿਲੀ ਆਪਸ਼ਨ ਦੇ ਵਿੱਚ ਕੀ ਕਹਿੰਦੇ ਸੀ ਕਿ ਬੱਚਿਆਂ ਨੂੰ ਕਹੋ ਕਿ ਉਹ ਕਲਾਸਰੂਮ ਦੇ ਵਿੱਚ ਵੀ ਤੇ ਆਊਟਸਾਈਡ ਇੰਗਲਿਸ਼ ਨੂੰ ਕੰਟੀਨਿਊ ਬੋਲਣ, ਜਦੋਂ ਉਹਨਾਂ ਨੂੰ ਬੋਲਣ ਹੀ ਨਹੀਂ ਆਉਂਦੀ ਹੈਗੀ ਕਿ ਜਾਂ ਉਹਨਾਂ ਨੂੰ ਯੂਜ਼ ਕਰਨ, ਹੈ ਨਾ, ਇਹਦੇ ਵਿੱਚ ਕਿਹਾ ਗਿਆ ਹੈਗਾ। ਸੈਕਿੰਡ ਵਿੱਚ ਓਨਲੀ ਔਨ ਲਿਸਨਿੰਗ ਸਕਿੱਲ ਦੇ ਉੱਪਰ ਫੋਕਸ ਨਹੀਂ ਕੀਤਾ ਜਾ ਸਕਦਾ ਸਿਰਫ ਤੇ ਸਿਰਫ, ਹੈ ਨਾ, ਜਾਂ ਉਹਨਾਂ ਨੂੰ ਹਰ ਇੱਕ ਚੀਜ਼ ਸੁਣਨ ਦੇ ਲਈ ਵੀ ਨਹੀਂ ਕਿਹਾ ਜਾ ਸਕਦਾ। ਤਾਂ ਸਾਡੀ ਫੋਰਥ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ। ਇਹਦੇ ਵਿੱਚ ਹੀ ਉਹਨਾਂ ਨੂੰ ਅਸੀਂ ਮੌਕੇ ਪ੍ਰਦਾਨ ਕਰਨੇ ਨੇ, ਉਹਨਾਂ ਦੇ ਲਈ ਅਸੀਂ ਮੌਕੇ ਕ੍ਰੀਏਟ ਕਰਨੇ ਨੇ ਤਾਂ ਕਿ ਉਹ ਆਪਣੇ ਆਪ ਇੰਗੇਜ ਹੋਣ ਉਸ ਐਕਟੀਵਿਟੀਜ਼ ਦੇ ਵਿੱਚ। ਓਕੇ, ਤਾਂ ਫੋਰਥ ਆਪਸ਼ਨ ਬਿਲਕੁਲ ਸਹੀ ਹੈ ਜੀ ਇਹਦੀ। ਨੈਕਸਟ ਹੈ ਸਪੀਕਿੰਗ ਸਕਿੱਲ ਕੈਨ ਬੀ ਬੈਸਟ ਡਿਵੈਲਪਡ ਬਾਏ ਇਨੇਬਲਿੰਗ ਦ ਲਰਨਰਸ ਟੂ, ਲਰਨਰ ਨੂੰ ਕਿਸ ਤਰ੍ਹਾਂ ਯੋਗ ਬਣਾਉਂਦੇ ਹੋਏ ਕਹਿੰਦੇ ਜਿਹੜੀ ਸਪੀਕਿੰਗ ਸਕਿੱਲ ਹੈਗੀ ਉਹ ਕਿਸ ਤਰ੍ਹਾਂ ਬੈਸਟ ਤਰੀਕੇ ਨਾਲ ਡਿਵੈਲਪ ਉਹਨਾਂ ਦੇ ਵਿੱਚ ਕੀਤੀ ਜਾ ਸਕਦੀ ਹੈ ਸਪੀਕਿੰਗ ਦੀ ਸਕਿੱਲ। ਓਕੇ, ਫਸਟ ਆਪਸ਼ਨ ਦੇਖਦੇ ਹਾਂ ਕਮਿਊਨੀਕੇਟ ਇਨ ਰੀਅਲ ਲਾਈਫ ਸਿਚੁਏਸ਼ਨਸ, ਉਹਨਾਂ ਦਾ ਕਮਿਊਨੀਕੇਟ ਕਰਵਾਉਣਾ ਗਾ ਕਿਹਦੇ ਵਿੱਚ, ਰੀਅਲ ਲਾਈਫ ਸਿਚੁਏਸ਼ਨਸ ਦੇ ਨਾਲ। ਠੀਕ ਹੈ, ਜਿਵੇਂ ਰੀਅਲ ਲਾਈਫ ਦੇ ਵਿੱਚ ਜੋ ਵੀ ਸਿਚੁਏਸ਼ਨਸ ਆਉਂਦੀਆਂ ਨੇਗੀਆਂ ਉਹਨਾਂ ਦੀਆਂ, ਤਾਂ ਉਸ ਤਰ੍ਹਾਂ ਦੇ ਕਮਿਊਨੀਕੇਸ਼ਨ ਕਰਵਾਉਣਾ ਗਾ। ਓਕੇ, ਲਿਸਨ ਟੂ ਦ ਮਾਡਲ ਪ੍ਰੋਵਾਈਡਡ ਬਾਏ ਦ ਟੀਚਰ, ਜਾਂ ਫਿਰ ਟੀਚਰ ਨੇ ਜੋ ਮਾਡਲ ਪ੍ਰੋਵਾਈਡ ਕੀਤਾ ਹੋਇਆ ਗਾ ਬੱਚਿਆਂ ਨੂੰ ਉਹਨੂੰ ਸੁਣਨਾ ਗਾ। ਠੀਕ ਹੈ, ਥਰਡ ਮਤਲਬ ਟੀਚਰ ਦੀ ਹੈਲਪ ਦੇ ਨਾਲ ਜੋ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈਗਾ। ਤਾਂ ਥਰਡ ਹੈ ਜੀ ਅਵੋਇਡ ਆਲ ਐਰਰਸ ਵਾਈਲ ਸਪੀਕਿੰਗ, ਬੋਲਣ ਦੇ ਸਮੇਂ ਜਿਹੜੀਆਂ ਉਹਨਾਂ ਨੂੰ ਐਰਰਸ ਆਉਂਦੀਆਂ ਨੇਗੀਆਂ ਉਹਨਾਂ ਨੂੰ ਅਵੋਇਡ ਕਰਦੇ ਜਾਓ, ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਜਾਓ, ਜਦ ਕਿ ਉਹਨਾਂ ਨੂੰ ਕੀ ਹੈਗਾ ਮੌਕੇ 'ਤੇ ਕਰੈਕਟ ਕਰਨਾ ਚਾਹੀਦਾ ਹੈਗਾ। ਰੀਡ ਚੈਲੰਜਿੰਗ ਐਂਡ ਡਿਫੀਕਲਟ ਟੈਕਸਟ, ਕੀ ਰੀਡ ਕਰਨਾ ਚਾਹੀਦਾ ਹੈਗਾ, ਜਿਹੜੇ ਚੈਲੰਜਿੰਗ ਹੋਣ ਅਤੇ ਬਹੁਤ ਜ਼ਿਆਦਾ ਡਿਫੀਕਲਟ ਟੈਕਸਟ ਹੋਣ ਉਹ ਰੀਡ ਕਰਨੇ ਸਿਖਾਉਣੇ ਨੇ ਬੱਚਿਆਂ ਨੂੰ। ਠੀਕ ਹੈ, ਮਤਲਬ ਇਹ ਟੈਕਸਟ ਪੜ੍ਹੋ ਤੁਸੀਂ ਉੱਚੀ ਉੱਚੀ ਤਾਂ ਸਪੀਕਿੰਗ ਵਧੀਆ ਹੋਊਗੀ, ਤਾਂ ਨਹੀਂ ਤਾਂ ਆਪਾਂ ਦੇਖਿਆ ਹੈਗਾ ਸਪੀਕਿੰਗ ਸਕਿੱਲ ਨੂੰ ਬੈਸਟ ਤਰੀਕੇ ਨਾਲ ਡਿਵੈਲਪ ਕਿਸ ਤਰ੍ਹਾਂ ਕਰ ਸਕਦੇ ਹਾਂ ਅਸੀਂ, ਜਦੋਂ ਉਹਨਾਂ ਦਾ ਅਸੀਂ ਰੀਅਲ ਲਾਈਫ ਸਿਚੁਏਸ਼ਨਸ ਦੇ ਨਾਲ ਕਮਿਊਨੀਕੇਟ ਕਰਵਾਵਾਂਗੇ, ਹੈ ਨਾ। ਤਾਂ ਇਹਦੀ ਫਸਟ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ ਜੀ। ਨੈਕਸਟ ਕੁਐਸਚਨ ਹੈ ਸਿਲੈਕਟ ਦ ਸਕਿੱਲ that is
ਕੰਪੋਨੈਂਟ ਆਫ ਸਪੀਕਿੰਗ ਸਕਿੱਲਸ, ਠੀਕ ਹੈ। ਇਹਨਾਂ ਵਿੱਚੋਂ ਕਿਹੜੀ ਸਕਿੱਲ ਹੈਗੀ ਜਿਹੜੀ ਆਪਣਾ ਸਪੀਕਿੰਗ ਸਕਿੱਲ ਦੀ ਕੰਪੋਨੈਂਟ ਹੈਗੀ ਇੱਕ, ਓਕੇ। ਫਸਟ ਸਕਿੱਲ ਆਫ ਸਪੀਕਿੰਗ ਫਾਰਮਲੀ ਰਸਮੀ ਤਰੀਕੇ ਦੇ ਨਾਲ ਬੋਲਣ ਦੀ ਸਕਿੱਲ ਹੈ ਜਿਹੜੀ, ਉਹ ਕਹਿੰਦੇ ਇਹਦੇ ਵਿੱਚ ਕੀ ਹੁੰਦੀ ਹੈ ਸਾਡੀ ਸਪੀਕਿੰਗ ਸਕਿੱਲ ਆ ਜਾਂਦੀ ਹੈ, ਨਹੀਂ ਜੀ। ਸੈਕੰਡ ਹੈ ਰੀਡਿੰਗ ਫਲੂਐਂਟਲੀ, ਜਾਂ ਫਿਰ ਰੀਡ ਕਰਨਾਗਾ ਫਲੋ ਦੇ ਵਿੱਚ ਰੀਡ ਕਰਨਾਗਾ, ਇੱਕ ਫਲੂਐਂਟਲੀ ਹੈ ਨਾ, ਫਲੋ ਦੇ ਵਿੱਚ ਰੀਡ ਕਰਨਾ। ਪ੍ਰੋਡਕਸ਼ਨ ਆਫ ਕਰੈਕਟ ਇੰਗਲਿਸ਼ ਵਾਵਲਸ ਐਂਡ ਕੌਨਸੋਨੈਂਟ ਸਾਊਂਡਸ, ਜਾਂ ਫਿਰ ਕੀ ਪ੍ਰੋਡਿਊਸ ਕਰਨਾਗਾ ਇੱਕ ਸਹੀ ਇੰਗਲਿਸ਼ ਬੋਲਦੇ ਹੋਏ ਜਿਹੜੇ ਸਾਡੇ ਵਾਵਲਸ ਨੇਗੇ, ਸਾਡੇ ਕੌਨਸੋਨੈਂਟ ਸਾਊਂਡਸ ਨੇਗੇ, ਉਹਨਾਂ ਦੀ ਸਹੀ ਪ੍ਰੋਡਕਸ਼ਨ ਹੈ ਨਾ, ਸਹੀ ਤਰੀਕੇ ਨਾਲ ਪ੍ਰੋਡਿਊਸ ਕਰਨੇਗੇ। ਮਤਲਬ ਐਬਿਲਿਟੀ ਟੂ ਲਿਸਨ ਕੇਅਰਫੁਲੀ, ਜਾਂ ਫਿਰ ਚੰਗੀ ਤਰ੍ਹਾਂ ਧਿਆਨਪੂਰਵਕ ਸੁਣਨ ਦੀ ਜਿਹੜੀ ਹੈਗੀ ਯੋਗਤਾ ਉਹਨਾਂ ਦੇ ਵਿੱਚ ਪੈਦਾ ਕਰਨੀ ਆ। ਤਾਂ ਅਸੀਂ ਕਿਹੜੀ ਸਕਿੱਲ ਹੈਗੀ ਜਿਹੜੀ ਸਾਡੀ ਲਿਸਨਿੰਗ ਸਕਿੱਲ ਦਾ ਕੰਪੋਨੈਂਟ ਹੈ ਇਹਨਾਂ ਦੇ ਵਿੱਚੋਂ, ਤਾਂ ਸਾਡੀ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ, ਪ੍ਰੋਡਕਸ਼ਨ ਆਫ ਕਰੈਕਟ ਇੰਗਲਿਸ਼ ਵਾਵਲ ਐਂਡ ਕੌਨਸੋਨੈਂਟ ਸਾਊਂਡਸ, ਓਕੇ। ਨੈਕਸਟ ਕੁਐਸਚਨ ਹੈ ਚੂਜ਼ ਦਾ ਐਪਰੋਪਰੀਏਟ ਇੰਟੋਨੇਸ਼ਨ। ਹਾਂਜੀ, ਇੰਟੋਨੇਸ਼ਨ ਅਸੀਂ ਕਿਹਾ ਸੀ ਨਾ ਉਤਾਰ ਚੜਾਵ ਆਉਂਦੇ ਜਿਹੜੇ ਬੋਲਣ ਦੇ ਵਿੱਚ, ਲਹਿਜ਼ੇ ਦੇ ਵਿੱਚ, ਤਾਂ ਉਹ ਅਸੀਂ ਚੂਜ਼ ਕਰਨਾ ਇਹਦੇ ਵਿੱਚੋਂ ਕਿਹੜਾ ਸਹੀ ਆ। ਹੀ ਪਾਸਡ ਵਿਦ ਡਿਸਟਿੰਕਸ਼ਨ ਇਨ ਇੰਗਲਿਸ਼ ਹਾਊਐਵਰ, ਕਹਿੰਦੇ ਉਹਨੇ ਡਿਸਟਿੰਕਸ਼ਨ ਦੇ ਨਾਲ ਇੰਗਲਿਸ਼ ਵਿੱਚ ਪਾਸ ਕੀਤੀ ਹੈਗੀ, ਭਾਵੇਂ ਕਿ ਇੰਗਲਿਸ਼ ਦੇ ਵਿੱਚ ਕੀ ਸੀ, ਰਾਈਜ਼ਿੰਗ, ਫਾਲਿੰਗ, ਰੇਜ਼ਿੰਗ ਫਾਲਿੰਗ, ਜਾਂ ਫਿਰ ਫਾਲਿੰਗ ਰਾਈਜ਼ਿੰਗ। ਆਪਾਂ ਕੀ ਕਹਿੰਦੇ ਹੁੰਦੇ ਇਹਦੇ ਵਿੱਚ ਕਿ ਹੀ ਪਾਸਡ ਵਿਦ ਡਿਸਟਿੰਕਸ਼ਨ ਇਨ ਇੰਗਲਿਸ਼ ਹਾਊਐਵਰ ਫਾਲਿੰਗ ਰਾਈਜ਼ਿੰਗ, ਮਤਲਬ ਡਿੱਗਦੇ ਟਾਈਮ ਨੇ ਕੀ ਕਰਾਂ ਇੰਗਲਿਸ਼ ਦੇ ਵਿੱਚ ਡਿਸਟਿੰਕਸ਼ਨ ਦੇ ਨਾਲ ਪਾਸ ਹੋਇਆਗਾ, ਤਾਂ ਇਹਦੇ ਵਿੱਚ ਸਾਡੀ ਫੋਰਥ ਆਪਸ਼ਨ ਬਿਲਕੁਲ ਸਹੀ ਆ ਜਾਂਦੀ ਹੈ ਜੀ, ਠੀਕ ਹੈ। ਨੈਕਸਟ ਹੈ ਰਿਸੈਪਟਿਵ ਲੈਂਗੁਏਜ ਸਕਿੱਲਸ ਆਰ। ਹਾਂਜੀ, ਰਿਸੈਪਟਿਵ ਸਕਿੱਲਸ ਕਹਿਣੀਆਂ ਨੇ ਸਿਰ ਜਿਹੜੇ ਰਿਸੀਵ ਕਰਦੇ ਆ ਦੂਸਰਿਆਂ ਤੋਂ, ਓਕੇ। ਕਿਹੜੀਆਂ ਨੇ? ਫਸਟ ਆਪਸ਼ਨ ਯੂਜ਼ਿੰਗ ਗ੍ਰਾਮੈਟੀਕਲ ਸਟਰਕਚਰਸ ਐਕੂਰੇਟਲੀ, ਕਹਿੰਦੇ ਗ੍ਰਾਮਰ ਦੇ ਜਿਹੜੇ ਸਟਰਕਚਰਸ ਹੁੰਦੇ ਨੇ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਦੇ ਆ ਜਿਹੜੀ, ਉਹਨੂੰ ਅਸੀਂ ਕਹਿੰਦੇ ਰਿਸੈਪਟਿਵ ਸਕਿੱਲ ਕਹਿ ਦਿੰਦੇ, ਨਹੀਂ ਜੀ। ਰਾਈਟਿੰਗ ਇਨ ਅ ਰੇਂਜ ਆਫ ਸਟਾਈਲਸ, ਜਾਂ ਫਿਰ ਸਟਾਈਲ ਦੀ ਰੇਂਜ ਵਿੱਚ, ਮਤਲਬ ਕਿ ਇਹ ਸਟਾਈਲ ਦੇ ਨਾਲ ਜਿਹੜੀ ਹੈਗੀ ਉਹ ਸਾਡੇ ਹੁੰਦੇ ਨੇ ਜਿਹੜੇ ਅਲੱਗ-ਅਲੱਗ ਸਟਾਈਲਸ ਹੁੰਦੇ ਨੇਗੇ ਗ੍ਰਾਮਰ ਦੇ ਵਿੱਚ, ਇੰਗਲਿਸ਼ ਦੇ ਵਿੱਚ, ਉਹਨਾਂ ਦੇ ਵਿੱਚ ਲਿਖਣਾਗਾ ਕਹਿੰਦੇ। ਥਰਡ ਹੈ ਲਿਸਨਿੰਗ ਐਂਡ ਰੀਡਿੰਗ ਫॉर ਇਨਫੋਰਮੇਸ਼ਨ, ਕਹਿੰਦੇ ਅਸੀਂ ਸੁਣ ਰਹੇ ਹਾਂਗੇ ਜੋ ਵੀ, ਜਾਂ ਅਸੀਂ ਕੀ ਹੈ ਰੀਡ ਆਊਟ ਕਰ ਰਹੇ ਹਾਂਗੇ ਕਿਸ ਚੀਜ਼ ਲਈ, ਉਹ ਇਨਫੋਰਮੇਸ਼ਨ ਦੇ ਲਈ, ਜਾਣਕਾਰੀ ਲੈਣ ਦੇ ਲਈ ਅਸੀਂ ਸੁਣ ਰਹੇ ਹਾਂ ਤੇ ਰੀਡ ਆਊਟ ਕਰ ਰਹੇ ਹਾਂ। ਬੀਇੰਗ ਏਬਲ ਟੂ ਸੈਲਫ ਕਰੈਕਟ ਵਾਈਲ ਯੂਜ਼ਿੰਗ ਲੈਂਗੁਏਜ, ਜਾਂ ਫਿਰ ਲੈਂਗੁਏਜ ਨੂੰ ਯੂਜ਼ ਕਰਦੇ ਹੋਏ ਕਹਿੰਦੇ ਅਸੀਂ ਕਿਸ ਚੀਜ਼ ਦੇ ਯੋਗ ਬਣ ਜਾਂਦੇਗੇ, ਆਪਣੇ ਆਪ ਨੂੰ ਸੈਲਫ ਕਰੈਕਟ, ਮਤਲਬ ਆਪਣੇ ਆਪ ਨੂੰ ਕਰੈਕਟ ਕਰਨ ਦੇ ਯੋਗ ਅਸੀਂ ਜਿਹੜਾ ਹੈਗਾ ਉਹ ਬਣ ਜਾਂਦੇ ਹਾਂ। ਤਾਂ ਇਹਦੀ ਜਿਹੜੀ ਸਾਡੀ ਹੈਗੀ ਆਪਾਂ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ, ਸੌਰੀ। ਲਿਸਨਿੰਗ ਐਂਡ ਰੀਡਿੰਗ ਫॉर ਇਨਫੋਰਮੇਸ਼ਨ, ਰਿਸੈਪਟਿਵ ਸਕਿੱਲ ਕੀ ਨਾ ਰਿਸੀਵ ਕਰ ਰਹੇ ਹਾਂ, ਤਾਂ ਇਨਫੋਰਮੇਸ਼ਨ ਨੂੰ ਅਸੀਂ ਕੀ ਕਰ ਰਹੇ ਹਾਂ, ਰਿਸੀਵ ਕਰ ਰਹੇ ਹਾਂਗੇ, ਓਕੇ। ਤਾਂ ਲਿਸਨਿੰਗ ਤੇ ਰੀਡਿੰਗ ਅਸੀਂ ਕਿਸ ਚੀਜ਼ ਲਈ ਕਰ ਰਹੇ ਹਾਂਗੇ, ਅਸੀਂ ਇਨਫੋਰਮੇਸ਼ਨ ਨੂੰ ਰਿਸੀਵ ਕਰਨ ਦੇ ਲਈ, ਤਾਂ ਕਰਕੇ ਅਸੀਂ ਕਹਿ ਦਿੰਦੇ ਇਹ ਰਿਸੈਪਟਿਵ ਲੈਂਗੁਏਜ ਸਕਿੱਲਸ ਨੇਗੀਆਂ, ਓਕੇ। ਨੈਕਸਟ ਹੈ ਅ ਟੈਕਸਟ ਦੈਟ ਰਿਕੁਆਇਰਸ ਸਟੂਡੈਂਟਸ ਟੂ ਸਕੈਨ ਇਨ ਆਰਡਰ ਟੂ ਅੰਡਰਸਟੈਂਡ ਐਂਡ ਐਨਾਲਾਈਜ਼ ਦ ਰਾਈਟਰਸ ਮੈਸੇਜ ਐਂਡ ਪਰਪਸ ਕੁਡ ਬੀ, ਓਕੇ। ਕਹਿੰਦੇ ਇੱਕ ਟੈਕਸਟ ਕੀ ਰਿਕੁਆਇਰ ਕਰਦਾ ਹੈਗਾ ਜਿਹੜਾ ਸਟੂਡੈਂਟਸ ਨੂੰ ਸਕੈਨ ਕਰਨ ਦੇ ਲਈ, ਕੀ ਇਸ ਚੀਜ਼ ਵਿੱਚ ਸਮਝਣ ਦੇ ਯੋਗ ਬਣਾਉਂਦਾ, ਮਤਲਬ ਤੇ ਇਹਦਾ ਐਨਾਲਿਸਿਸ ਕਰ ਪਾਉਂਦੇ ਨੇ ਸਟੂਡੈਂਟ ਜਿਹੜੇ ਰਾਈਟਰ ਦਾ ਮੈਸੇਜ ਹੁੰਦਾ ਗਾ, ਠੀਕ ਹੈ। ਮਤਲਬ ਤੇ ਪਰਪਸ, ਮਤਲਬ ਲਿਖਣ ਵਾਲੇ ਦਾ ਕੀ ਪਰਪਸ ਆ, ਕੀ ਮੈਸੇਜ ਹੈ ਨਾ ਕਨਵੇ ਕਰਨਾ ਚਾਹੁੰਦਾ, ਉਸ ਚੀਜ਼ ਨੂੰ ਐਨਾਲਾਈਜ਼ ਕਰਨਾ, ਠੀਕ ਹੈ। ਉਹ ਕੀ ਹੈਗਾ, ਕਿਸ ਦੇ ਥਰੂ ਹੁੰਦਾ ਹੈ, ਐਨ ਇਨਸਾਈਕਲੋਪੀਡੀਅਕ ਐਕਸਟਰੈਕਟ, ਇਹ ਕਹਿੰਦੇ ਕੀ ਹੁੰਦਾ ਗਾ, ਇਨਸਾਈਕਲੋਪੀਡੀਆ ਹੁੰਦਾ ਜਿਹੜਾ ਹੈ ਨਾ, ਉਹ ਚੀਜ਼ ਹੈ। ਜਾਂ ਫਿਰ ਅ ਨਿਊਜ਼ਪੇਪਰ ਹੈਡਲਾਈਨ, ਇੱਕ ਨਿਊਜ਼ਪੇਪਰ ਦੀ ਹੈਡਲਾਈਨ ਹੁੰਦੀ ਹੈ। ਜਾਂ ਅ ਸੈਟ ਆਫ ਇੰਸਟਰਕਸ਼ਨਸ ਟੂ ਅਸੈਂਬਲ ਅ ਡਿਵਾਈਸ, ਜਾਂ ਫਿਰ ਕੀ ਹੈਗਾ ਹਦਾਇਤਾਂ ਦਾ ਜਿਹੜੀਆਂ ਸਾਨੂੰ ਇੰਸਟਰਕਸ਼ਨਸ ਮਿਲਦੀਆਂ ਨੇਗੀਆਂ ਕਿਸੇ ਵੀ ਡਿਵਾਈਸ ਨੂੰ ਅਸੈਂਬਲ ਕਰਨ ਦੇ ਲਈ, ਹੈ ਨਾ, ਉਹਨਾਂ ਚੀਜ਼ਾਂ ਦਾ ਕੀ ਇੱਕ ਸੈੱਟ ਹੈ, ਜਾਂ ਫਿਰ ਇੱਕ ਪੋਇਮ, ਇੱਕ ਪੋਇਮ ਆ। ਤਾਂ ਹੁਣ ਜਦੋਂ ਅਸੀਂ ਸਕੈਨ ਕਰਨਾ ਗਾ ਨਾ, ਉਹਦੇ ਵਿੱਚੋਂ ਮੀਨਿੰਗ ਕੱਢਣਾ, ਕਹਿਣ ਦਾ ਭਾਵ ਅਸੀਂ ਨੇ, ਤਾਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ, ਐਨਾਲਾਈਜ਼ ਕਰਨਾ ਗਾ, ਉਸਦਾ ਮਤਲਬ ਲਿਖਣ ਵਾਲੇ ਦਾ ਕੀ ਮੈਸੇਜ ਆ, ਕੀ ਪਰਪਸ ਸੀ, ਹੈ ਨਾ ਲਿਖਣ ਵਾਲੇ ਦਾ, ਉਸ ਚੀਜ਼ ਦਾ ਮੀਨਿੰਗ ਅਸੀਂ ਜਦੋਂ ਕੱਢਦੇ ਹਾਂ ਕਿਸੇ ਚੀਜ਼ ਦੇ ਵਿੱਚੋਂ, ਤਾਂ ਉਹ ਇਹ ਤਾਂ ਹੈ ਨਹੀਂ ਇਨਸਾਈਕਲੋਪੀਡੀਆ ਦੇ ਵਿੱਚੋਂ ਕੱਢਿਆ ਜਾਂਦਾ, ਜਾਂ ਨਿਊਜ਼ਪੇਪਰ ਦੀ ਹੈਡਲਾਈਨ ਦਾ ਮੀਨਿੰਗ ਕੱਢਿਆ ਜਾਂਦਾ, ਤਾਂ ਉਹ ਕੀ ਹੁੰਦਾ, ਇੱਕ ਪੋਇਮ ਹੁੰਦੀ ਹੈ। ਅਸੀਂ ਪੋਇਮ ਨੂੰ ਪੜ੍ਹਦੇ ਆਂਗੇ ਤਾਂ ਬਾਅਦ ਵਿੱਚ ਉਹਨੂੰ ਸਕੈਨ ਕਰਦੇ ਹਾਂ ਇੱਕ ਤਰ੍ਹਾਂ ਨਾਲ, ਉਹਦਾ ਕੀ ਹੈਗਾ ਅਸੀਂ ਮੀਨਿੰਗ ਕੱਢ ਦਿਆਂਗੇ, ਓਕੇ। ਤਾਂ ਫੋਰਥ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ ਜੀ। ਨੈਕਸਟ ਹੈ ਅ ਸਪੀਕਿੰਗ ਐਕਟੀਵਿਟੀ ਕੈਨ ਬੀ ਮੇਡ ਮੋਰ ਪਰਪਸਫੁਲ ਬਾਏ, ਇੱਕ ਜਿਹੜੀ ਸਪੀਕਿੰਗ ਐਕਟੀਵਿਟੀ ਬੋਲਣ ਦੀ ਹੈ ਨਾ ਪ੍ਰਕਿਰਿਆ ਹੁੰਦੀ ਜਿਹੜੀ, ਉਹ ਕਿਸ ਤਰ੍ਹਾਂ ਨਾਲ ਜ਼ਿਆਦਾ ਪਰਪਸਫੁਲ ਹੋ ਜਾਂਦੀ ਆ। ਫਸਟ ਆਪਸ਼ਨ ਦੇਖਦੇ ਹਾਂ ਇਨਸਿਸਟਿੰਗ ਔਨ ਕਰੈਕਟ ਸਟਰਕਚਰਸ ਐਂਡ ਪ੍ਰੋਨਾਂਸੀਏਸ਼ਨ, ਕਿਸ ਚੀਜ਼ ਤੇ ਇਨਸਿਸਟ ਕਰਨਾਗਾ, ਜ਼ੋਰ ਦਿੰਦੇ ਹੋਏ ਕਿਸ ਤੇ, ਸਹੀ ਤਰ੍ਹਾਂ ਨਾਲ ਜਿਹੜਾ ਸਟਰਕਚਰ ਸਾਡੇ ਸਹੀ ਹੋਣ, ਸਾਡਾ ਪ੍ਰੋਨਾਂਸੀਏਸ਼ਨ ਉਚਾਰਨ ਸਹੀ ਹੋਵੇ। ਸੈਕੰਡ ਹੈ ਇੰਟਰਪਟਿੰਗ ਦ ਐਕਟੀਵਿਟੀ ਵਿਦ ਸਮ ਰਾਈਟਿੰਗ ਰੀਡਿੰਗ, ਕਹਿੰਦੇ ਸਾਡੀ ਜਿਹੜੀ ਲਿਖਣ ਦੀ ਜਾਂ ਸਾਡੀ ਰੀਡਿੰਗ ਦੀ ਐਕਟੀਵਿਟੀਜ਼ ਨੇਗੀਆਂ ਉਹਨੂੰ ਇੰਟਰਪਟ ਕਰਨਾਗਾ, ਠੀਕ ਹੈ, ਮਤਲਬ ਕਿ ਉਹਨਾਂ ਵਿੱਚ ਰੁਕਾਵਟ ਪਾਉਂਦੇ ਜਾਣਾ।
थर्ड है मोटिवेटिंग स्टूडेंट्स टू कंप्लीट अ टास्क एट द एंड ते जाते हुए की है स्टूडेंट्स मतलब अपना टास्क एंड तक कंप्लीट कर लैन इस चीज़ के लिए की करना सी ने मोटिवेट करना गा स्टूडेंट्स ਨੂੰ प्रोवाइड अ स्पैसीफिक लिस्ट ऑफ वोकैबलरी टू यूज़ ਕਹਿੰਦੇ ਉਹਨਾਂ ਨੂੰ ਇੱਕ ਲਿਸਟ ਪ੍ਰੋਵਾਈਡ ਕਰਵਾਉਣੀ ਹੈਗੀ ਵੋਕੈਬਲਰੀ ਦੀ ਯੂਜ਼ ਕਰਨ ਦੇ ਲਈ ਠੀਕ ਹੈ ਜਿੱਦਾਂ ਉਹ ਵੋਕੈਬ ਯੂਜ਼ ਕਰਦੇ ਨੇ ਲਿਖਣ ਦੇ ਵਿੱਚ ਬੋਲਣ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਲਿਸਟ ਬਣਾ ਕੇ ਦੇ ਦਿਓ ਠੀਕ ਹੈ ਤਾਂ ਕੋਈ ਇਹਦੇ ਵਿੱਚ ਸਪੀਕਿੰਗ ਐਕਟੀਵਿਟੀ ਸਿਖਾਉਣੀ ਹੈ ਮੇਨ ਉਹਨਾਂ ਦੇ ਵਿੱਚ ਹੈਗਾ ਮੋਰ ਪਰਪਸਫੁਲ ਕੀ ਚੀਜ਼ ਹੁੰਦੀ ਆ ਸਟਰਕਚਰ ਨਹੀਂ ਆਊਗਾ ਇਹਦੇ ਵਿੱਚ ਹੈ ਨਾ ਤਾਂ ਇੰਟਰਪਟਿਵ ਵੀ ਨਹੀਂ ਕਰ ਸਕਦੇ ਹੈਗੇ ਅਸੀਂ ਤਾਂ ਉਹਨਾਂ ਨੂੰ ਇੱਕ ਸਪੈਸੀਫਿਕ ਲਿਸਟ ਵੀ ਨਹੀਂ ਪ੍ਰੋਵਾਈਡ ਕਰਵਾ ਸਕਦੇ ਅਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਮੇਨ ਚੀਜ਼ ਇਹਦੇ ਵਿੱਚ ਕੀ ਪਈ ਹੈ ਮੋਟੀਵੇਟ ਕਰਨਾ ਠੀਕ ਹੈ ਤਾਂ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ ਨੈਕਸਟ ਹੈ ਵੈਨ ਦੇ ਇਨਕਾਊਂਟਰ ਅਨਫੈਮਲੀਅਰ ਵਰਡਸ ਡਿਊਰਿੰਗ ਅ ਰੀਡਿੰਗ ਐਕਟੀਵਿਟੀ ਪੜ੍ਹਨ ਦੇ ਦੌਰਾਨ ਕਹਿੰਦੇ ਜਦੋਂ ਉਹਨਾਂ ਨੂੰ ਅਨਫੈਮਲੀਅਰ ਮਤਲਬ ਜਿਹੜੇ ਸ਼ਬਦਾਂ ਦੀ ਜਾਣ ਪਛਾਣ ਉਹਨਾਂ ਨਾਲ ਨਹੀਂ ਹੁੰਦੀ ਹੈਗੀ ਕਦੇ ਨਹੀਂ ਸੁਣੇ ਹੁੰਦੇ ਵੇਖੇ ਹੁੰਦੇ ਉਹ ਸ਼ਬਦ ਪੜ੍ਹੇ ਨਹੀਂ ਹੁੰਦੇ ਉਹ ਸ਼ਬਦ ਉਹਨਾਂ ਨੂੰ ਪੜ੍ਹਨ ਦੇ ਵੇਲੇ ਜਦੋਂ ਐਨਕਾਊਂਟਰ ਕਰਦੇ ਨੇ ਸਾਹਮਣਾ ਕਰਦੇ ਨੇ ਸਟੂਡੈਂਟ ਸ਼ੁੱਡ ਬੀ ਟ੍ਰੇਨਡ ਟੂ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਨਾਲ ਟ੍ਰੇਨਿੰਗ ਦੇਣੀ ਚਾਹੀਦੀ ਆ ਵਾਈਲ ਪ੍ਰੋਸੈਸਿੰਗ ਦਾ ਮੀਨਿੰਗ ਆਫ ਦਾ ਹੋਲ ਟੈਕਸਟ ਦਾ ਮੀਨਿੰਗ ਜਿਹੜਾ ਹੈਗਾ ਤਾਂ ਕਰਕੇ ਉਹ ਕੀ ਪ੍ਰੋਸੈਸ ਕਰ ਸਕਣ ਕੱਢ ਸਕਣ ਫਸਟ ਹੈ ਰੈਫਰ ਅ ਡਿਕਸ਼ਨਰੀ ਟੂ ਫਾਈਂਡ ਆਊਟ ਦਾ ਮੀਨਿੰਗ ਇਮੀਡੀਏਟਲੀ ਉਹਨਾਂ ਨੂੰ ਕੀ ਕਰੋ ਆਪਣਾ ਮੀਨਿੰਗ ਨੂੰ ਤੁਰੰਤ ਉਹਨਾਂ ਦਾ ਫਾਈਂਡ ਆਊਟ ਕਰਨ ਦੇ ਲਈ ਉਹਨਾਂ ਨੂੰ ਡਿਕਸ਼ਨਰੀ ਪ੍ਰੋਵਾਈਡ ਕਰਵਾਈ ਜਾਵੇ ਬੱਚਿਆਂ ਨੂੰ ਅਨਫੈਮਲੀਅਰ ਵਰਡਸ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਦੇ ਮੀਨਿੰਗ ਨਹੀਂ ਪਤਾ ਹੈਗੇ ਓਕੇ ਤਾਂ ਕਹਿੰਦੇ ਉਹਦੇ ਵਿੱਚ ਕੀ ਕਰਿਆ ਜਾਵੇ ਕਹਿੰਦੇ ਸਟੂਡੈਂਟਸ ਨੂੰ ਡਿਕਸ਼ਨਰੀ ਪ੍ਰੋਵਾਈਡ ਕਰਵਾਈ ਜਾਵੇ ਆਸਕ ਦਾ ਟੀਚਰ ਔਰ ਨੇਬਰ ਜਾਂ ਫਿਰ ਕਿਸ ਤੋਂ ਪੁੱਛ ਲੇ ਬੱਚਾ ਟੀਚਰ ਤੋਂ ਜਾਂ ਆਪਣੇ ਨੇਬਰ ਮਤਲਬ ਜਿਹੜਾ ਨਾਲ ਸਾਥੀ ਬੈਠਾ ਗਾ ਹੈ ਨਾ ਦੋਸਤ ਮਿੱਤਰ ਤਾਂ ਉਹ ਤੋਂ ਪੁੱਛ ਲਵੇ ਕਹਿੰਦੇ ਜਾਂ ਫਿਰ ਯੂਜ਼ ਇਨਫੋਰਮੇਸ਼ਨ ਇਨ ਇਟਸ ਕੰਟੈਕਸਟ ਟੂ ਕਰੈਕਟਲੀ ਗੈਸ ਇਟਸ ਰਫ ਔਰ ਏਰੀਆ ਆਫ ਅ ਮੀਨਿੰਗ ਤਾਂ ਕੀ ਕਿਹੜੀ ਇਨਫੋਰਮੇਸ਼ਨ ਯੂਜ਼ ਕਰੇ ਕਹਿੰਦੇ ਮਤਲਬ ਇੱਕ ਰਫ ਜਿਹਾ ਗੈਸ ਮਾਰਨਾ ਗਾ ਹੈ ਨਾ ਉਹਦਾ ਏਰੀਆ ਮਤਲਬ ਕੀ ਇਹਦਾ ਮੀਨਿੰਗ ਹੋ ਸਕਦਾ ਗਾ ਉਸ ਚੀਜ਼ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਸਹੀ ਤਰ੍ਹਾਂ ਨਾਲ ਗੈਸ ਯੂਜ਼ ਕਰਨ ਦੇ ਯੋਗ ਬਣਾਉਣਾ ਗਾ ਬੱਚੇ ਨੂੰ ਇੰਨੀ ਕੁ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਉਹ ਆਪਣਾ ਅੰਦਾਜ਼ਾ ਲਗਾ ਸਕੇ ਵੀ ਹਾਂ ਇਹਦਾ ਇਹ ਮੀਨਿੰਗ ਹੋ ਸਕਦਾ ਓਕੇ ਤਾਂ ਫੋਰਥ ਹੈ ਜੀ ਚੂਜ਼ ਮੋਰ ਸਿੰਪਲ ਟੈਕਸਟ ਜਾਂ ਫਿਰ ਕੀ ਹੈਗਾ ਜਿਹੜੇ ਇਹ ਅਨਫੈਮਲੀਅਰ ਮਤਲਬ ਜਿਹੜੇ ਔਖੇ ਸ਼ਬਦ ਨੇਗੇ ਤਾਂ ਉਹਨੇ ਇਹਨਾਂ ਦੀ ਬਜਾਏ ਉਹਨੂੰ ਸਿੰਪਲ ਜਿਹੇ ਸ਼ਬਦ ਯੂਜ਼ ਕਰਨੇ ਚਾਹੀਦੇ ਨੇ ਓਕੇ ਤਾਂ ਕਿਹੜਾ ਹੋਗਾ ਇਹਦੀ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ use information in its context to correctly guess its rough area of meaning. Next है learning a language involves the process of listening, speaking, reading and writing. ठीक है ਇੱਕ ਲੈਂਗੁਏਜ ਨੂੰ ਸਿੱਖਣ ਦੇ ਲਈ ਕੀ ਪ੍ਰੋਸੈਸ ਹੁੰਦਾ ਉਹਦੇ ਵਿੱਚ ਲਿਸਨਿੰਗ ਦਾ ਵੀ ਹੁੰਦਾ LSRW ਓਕੇ ਥੀਸ ਪ੍ਰੋਸੈਸ ਇਨਵੋਲਵ ਇਹਦੇ ਵਿੱਚ ਕੀ ਇਨਵੋਲਵ ਹੁੰਦਾ ਹੈਗਾ ਜੀ ਕਹਿੰਦੇ ਲਿੰਗੁਇਸਟਿਕ ਐਸਪੈਕਟ ਹੁੰਦੇ ਨੇ ਭਾਸ਼ਾਈ ਤੌਰ ਤੇ ਜਿਹੜੇ ਸਾਡਾ ਪੱਖ ਹੁੰਦਾ ਗਾ ਠੀਕ ਹੈ ਜਾਂ ਸਾਈਕੋਲੋਜੀਕਲੀ ਐਸਪੈਕਟ ਹੁੰਦੇ ਨੇ ਜਿਹੜਾ ਮਾਨਸਿਕਤਾ ਠੀਕ ਹੈ ਨਾਲ ਸੰਬੰਧਿਤ ਹੁੰਦੇ ਨੇ ਮਨੋਵਿਗਿਆਨ ਨਾਲ ਸੰਬੰਧਿਤ ਹੁੰਦੇ ਨੇਗੇ ਈਦਰ A ਔਰ B ਜਾਂ ਫਿਰ ਕੱਲਾ ਲਿੰਗੁਇਸਟਿਕ ਜਾਂ ਕੱਲਾ ਸਾਈਕੋਲੋਜੀਕਲ ਜਾਂ ਫਿਰ ਬੋਥ A ਐਂਡ B ਦੋਨੋਂ ਹੀ ਲਿੰਗੁਇਸਟਿਕ ਵੀ ਸਾਈਕੋਲੋਜੀਕਲੀ ਠੀਕ ਹੈ ਤਾਂ ਹੁਣ ਜਦੋਂ ਅਸੀਂ ਲੈਂਗੁਏਜ ਸਿੱਖਣੀ ਹੈ ਤਾਂ ਲਿੰਗੁਇਸਟਿਕ ਤਾਂ ਆਏਗਾ ਹੀ ਆਏਗਾ ਠੀਕ ਹੈ ਉਹਦੇ ਵਿੱਚ ਸਕਿੱਲਸ ਸਿੱਖਣੀਆਂ ਨੇ ਅਸੀਂ ਸਾਡਾ ਸਾਈਕੋਲੋਜੀਕਲੀ ਵੀ ਤਾਂ ਸਿੱਖਦੇ ਹਾਂ ਹੈ ਨਾ ਫਿਰ ਲਿਸਨਿੰਗ ਸਪੀਕਿੰਗ ਰੀਡਿੰਗ ਰਾਈਟਿੰਗ ਸਕਿੱਲਸ ਨੂੰ ਸਿੱਖਦੇ ਹੋਏ ਜਿਹੜੀ ਲਰਨਿੰਗ ਹੁੰਦੀ ਹੈ ਸਾਡੀ ਉਹ ਹੁੰਦੀ ਹੈ ਲਿੰਗੁਇਸਟਿਕ ਵੀ ਹੁੰਦੀ ਹੈ ਸਾਈਕੋਲੋਜੀਕਲੀ ਵੀ ਹੁੰਦੀ ਹੈ ਓਕੇ ਤਾਂ ਫਿਰ ਬੋਥ A ਐਂਡ B ਆਨਸਰ ਆਏਗਾ ਜੀ ਦਾ ਨੈਕਸਟ ਕੁਐਸਚਨ ਹੈ ਅ ਰੀਡਿੰਗ ਐਕਟੀਵਿਟੀ ਵੇਅਰ ਸਟੂਡੈਂਟਸ ਫੋਕਸ ਔਨ ਫੋਨੈਟਿਕ ਆਊਗਾ ਓਕੇ ਸਾਊਂਡਸ ਪ੍ਰੋਨਾਂਸੀਏਸ਼ਨ ਐਂਡ ਇੰਟੋਨੇਸ਼ਨ ਕੈਨ ਬੀ ਯੂਜ਼ਡ ਟੂ ਅਸੈਸ ਕਹਿੰਦੇ ਇੱਕ ਰੀਡਿੰਗ ਐਕਟੀਵਿਟੀ ਹੈਗੀ ਜਿਹੜੀ ਹੈ ਨਾ ਜਿਹਦੇ ਵਿੱਚ ਬੱਚਿਆਂ ਦਾ ਫੋਕਸ ਹੁੰਦਾ ਫੋਨੈਟਿਕਸ ਤੇ ਹੁੰਦਾ ਸਾਊਂਡਸ ਤੇ ਹੁੰਦਾ ਮਤਲਬ ਪ੍ਰੋਨਾਂਸੀਏਸ਼ਨ ਠੀਕ ਹੈ ਵੀ ਸਹੀ ਪ੍ਰੋਨਾਊਂਸ ਕਰ ਰਹੇ ਨੇ ਸਹੀ ਇੰਟੋਨੇਸ਼ਨ ਹੈ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਤਾਰ ਚੜਾਵ ਜਿਹੜੇ ਸਹੀ ਨੇਗੇ ਤਾਂ ਉਹ ਕੀ ਹੁੰਦਾ ਹੈਗਾ ਕਹਿੰਦੇ ਰੀਡਿੰਗ ਐਕੂਰੇਸੀ ਸੈਕੰਡ ਇਨਫਰੈਂਸ ਥਰਡ ਹੈ ਐਨਾਲਿਸਿਸ ਫੋਰਥ ਹੈ ਲਿਟਰੇਸੀ ਐਪਰੀਸ਼ੀਏਸ਼ਨ ਓਕੇ ਤਾਂ ਕੀ ਹੈਗਾ ਇਹਦੇ ਵਿੱਚ ਜਦੋਂ ਉਹਨੂੰ ਰੀਡਿੰਗ ਦੇ ਨਾਲ ਸੰਬੰਧਿਤ ਹੈ ਸਾਡੀ ਐਕਟੀਵਿਟੀ ਓਕੇ ਰੀਡਿੰਗ ਐਕਟੀਵਿਟੀ ਹੈਗੀ ਇਹਦੇ ਵਿੱਚ ਸਾਊਂਡਸ ਦਾ ਧਿਆਨ ਰੱਖਿਆ ਜਾਂਦਾ ਪ੍ਰੋਨਾਂਸੀਏਸ਼ਨ ਦਾ ਧਿਆਨ ਰੱਖਿਆ ਜਾਂਦਾ ਤਾਂ ਮਤਲਬ ਕੀ ਹੈਗਾ ਇਹ ਸਾਡੇ ਫਸਟ ਆਪਸ਼ਨ ਬਣ ਜਾਂਦੀ ਹੈ ਇਹਦੀ ਰੀਡਿੰਗ ਐਕੂਰੇਸੀ ਠੀਕ ਹੈ ਇਨਫਰੈਂਸ ਨਹੀਂ ਆਏਗਾ ਦਾ ਐਨਾਲਿਸਿਸ ਨਹੀਂ ਹੋ ਰਿਹਾ ਹੈਗਾ ਨਹੀਂ ਇਹਨਾਂ ਕਰ ਰਹੇ ਹੈਗੇ ਉਹ ਕੋਈ ਇਹਦੇ ਵਿੱਚ ਲਿਟਰੇਸੀ ਐਪਰੀਸ਼ੀਏਸ਼ਨ ਦੀ ਗੱਲਬਾਤ ਜਿਹੜੀ ਹੈਗੀ ਉਹ ਨਹੀਂ ਕੀਤੀ ਗਈ ਤਾਂ ਸਾਡਾ ਫਸਟ ਆਪਸ਼ਨ ਬਿਲਕੁਲ ਸਹੀ ਬਣ ਜਾਂਦਾ ਜੀ ਨੈਕਸਟ ਹੈ ਵਿਚ ਐਕਟੀਵਿਟੀ ਬੈਸਟ ਸਪੋਰਟਸ ਦਾ ਪ੍ਰੈਕਟਿਸ ਆਫ ਸਪੀਕਿੰਗ ਸਕਿੱਲਸ ਇਹਦੇ ਵਿੱਚ ਕਿਹੜੀ ਐਕਟੀਵਿਟੀ ਹੈਗੀ ਜਿਹੜੀ ਸਪੀਕਿੰਗ ਸਕਿੱਲ ਨੂੰ ਕੀ ਕਰਦੀ ਹੈਗੀ ਸਾਡੀ ਉਹਨੂੰ ਚੰਗੀ ਤਰ੍ਹਾਂ ਨਾਲ ਮਤਲਬ ਸਪੋਰਟ ਕਰਦੀ ਹੈਗੀ ਮਤਲਬ ਮੇਨ ਇਹਦੇ ਵਿੱਚ ਮੰਨਿਆ ਜਾਂਦਾ ਫਸਟ ਆਪਸ਼ਨ ਦੇਖਦੇ ਹਾਂ ਸਟੂਡੈਂਟਸ ਇੰਡੀਪੈਂਡੈਂਟਲੀ ਰਿਸਰਚ ਅ ਟੌਪਿਕ ਐਂਡ ਪ੍ਰੈਜ਼ੈਂਟ ਅ ਫਾਰਮਲ ਰਿਪੋਰਟ ਠੀਕ ਹੈ
स्टूडेंट्स ने ਜਿਹੜੇ ਆਪਣੇ ਤੌਰ ਤੇ ਠੀਕ ਹੈ ਇੰਡੀਪੈਂਡੈਂਟਲੀ ਸੁਤੰਤਰ ਹੋ ਕੇ ਕੀ ਕਰਦੇ ਨੇ ਇੱਕ ਟੌਪਿਕ ਤੇ ਰਿਸਰਚ ਕਰਦੇ ਨੇ ਤੇ ਉਹਨੂੰ ਕੀ ਕਰਦੇ ਨੇ ਇੱਕ ਫਾਰਮਲ ਰਿਪੋਰਟ ਦੇ ਵਜੋਂ ਕੀ ਕਰਦੇ ਨੇਗੇ ਉਹਨੂੰ ਪ੍ਰੈਜ਼ੈਂਟ ਕਰਦੇ ਨੇ ਟੀਚਰ ਦੇ ਅੱਗੇ ਓਕੇ ਨੈਕਸਟ ਹੈ ਟੀਚਰਸ ਗਿਵਿੰਗ ਪਰਪਸਫੁਲ ਡਿਕਟੇਸ਼ਨ ਬਾय ਇੰਟੀਗ੍ਰੇਟਿੰਗ ਇਟ ਵਿਦ ਅ ਸਪੋਕਨ ਐਕਟੀਵਿਟੀ ਟੀਚਰਸ ਕੀ ਦੇ ਰਹੇ ਨੇ ਬੱਚਿਆਂ ਨੂੰ ਇੱਕ ਡਿਕਟੇਸ਼ਨਸ ਦੇ ਰਹੇ ਨੇਗੇ ਪਰਪਸਫੁਲ ਉਦੇਸ਼ਪੂਰਵਕ ਹੁੰਦੀਆਂ ਨੇ ਜਿਹੜੀਆਂ ਡਿਕਟੇਸ਼ਨਸ ਮਤਲਬ ਉਹਨਾਂ ਨੂੰ ਇੱਕ ਪਰਪਸ ਨੂੰ ਮੁੱਖ ਰੱਖ ਕੇ ਜਿਹੜਾ ਉਹਨਾਂ ਨੇ ਤਿਆਰ ਕੀਤਾ ਓਕੇ ਕਿਸ ਚੀਜ਼ ਦੇ ਨਾਲ ਇੰਟੀਗ੍ਰੇਟ ਕਰ ਰਹੇ ਨੇ ਉਹਨਾਂ ਦੀ ਸਪੋਕਨ ਐਕਟੀਵਿਟੀਜ਼ ਦੇ ਨਾਲ ਇੰਟੀਗ੍ਰੇਟ ਕਰਦੇ ਹੋਏ ਓਕੇ ਥਰਡ ਹੈ ਇੰਡੀਵਿਜੂਅਲੀ ਸਟੂਡੈਂਟਸ ਰੀਡ ਅ ਕੇਸ ਸਟੱਡੀ ਐਂਡ ਡਰਾਫਟ ਅ ਰਿਸਪੌਂਸ ਇਕੱਲੇ ਤੌਰ ਤੇ ਆਪਣੇ ਵਿਅਕਤੀਗਤ ਤੌਰ ਤੇ ਸਟੂਡੈਂਟਸ ਕੀ ਕਰਦੇ ਨੇ ਇੱਕ ਕੇਸ ਸਟੱਡੀ ਨੂੰ ਰੀਡ ਕਰਦੇ ਨੇ ਤੇ ਉਹਨਾਂ ਦਾ ਇੱਕ ਉਹਦੇ ਰਿਸਪੌਂਸ ਦੇ ਵਜੋਂ ਕੀ ਕਰਦੇ ਨੇ ਡਰਾਫਟ ਤਿਆਰ ਕਰਦੇ ਨੇ ਮਤਲਬ ਉਹਨੂੰ ਕੇਸ ਸਟੱਡੀ ਤਿਆਰ ਕੀਤੀ ਜਾਂਦੀ ਹੈ ਇਹਦੇ ਵਿੱਚ ਜਾਂ ਫੋਰਥ ਹੈ ਸਟੂਡੈਂਟਸ ਟੈਲ देयर ਵਰਜ਼ਨ ਆਫ ਅ ਸਟੋਰੀ ਬੇਸਡ ਔਨ ਸਮ ਹਿੰਟਸ ਐਂਡ ਅਪਲਾਈ ਇਟ ਟੂ ਅ ਪ੍ਰੋਬਲਮ ਸੋਲਵਿੰਗ ਸਿਚੁਏਸ਼ਨ ਠੀਕ ਹੈ ਸਟੂਡੈਂਟਸ ਨੂੰ ਕੀ ਦੱਸਿਆ ਜਾਂਦਾ ਹੈਗਾ ਇੱਕ ਮਤਲਬ ਸਟੋਰੀ ਸੁਣਾਈਏ ਤਾਂ ਉਹਦੇ ਵਰਜ਼ਨ ਦੇ ਤੌਰ ਤੇ ਉਹਨੂੰ ਆਪਣੇ ਹਿੰਟ ਦੇ ਦਿੱਤੇ ਜਾਂਦੇ ਨੇਗੇ ਓਕੇ ਇੱਕ ਸਟੋਰੀ ਦੇ ਤਾਂ ਉਹਨੂੰ ਮਤਲਬ ਆਪਣੇ ਆਪ ਤੇ ਅਪਲਾਈ ਕਰਦੇ ਨੇ ਇੱਕ ਤਰ੍ਹਾਂ ਨਾਲ ਪ੍ਰੋਬਲਮ ਸੋਲਵਿੰਗ ਸਿਚੁਏਸ਼ਨ ਦੇ ਥਰੂ ਉਹਨੂੰ ਕੀ ਕੀਤਾ ਜਾਂਦਾ ਹੈਗਾ ਅਪਲਾਈ ਕਰਦੇ ਨੇਗੇ ਠੀਕ ਹੈ ਇੱਕ ਸਟੋਰੀ ਦਾ ਵਰਜ਼ਨ ਤਿਆਰ ਕਰਦੇ ਨੇ ਜਿਹਦੇ ਵਿੱਚ ਉਹ ਆਪਣੇ ਹਿੰਟ ਦਿੰਦੇ ਹੋਏ ਠੀਕ ਹੈ ਇਹ ਗੱਲ ਕੀਤੀ ਗਈ ਆ ਤਾਂ ਆਪਾਂ ਕੀ ਕਿਹਾ ਸੀ ਇਹਦੇ ਵਿੱਚ ਸਪੀਕਿੰਗ ਸਕਿੱਲ ਦੀ ਗੱਲ ਕੀਤੀ ਜਿਹੜਾ ਸਭ ਤੋਂ ਜ਼ਿਆਦਾ ਬੈਸਟ ਕਿਹੜਾ ਲੱਗ ਰਿਹਾ ਇਹਦੇ ਵਿੱਚੋਂ ਤਾਂ ਸਾਡੀ ਫੋਰਥ ਆਪਸ਼ਨ ਇਹਦੇ ਵਿੱਚ ਬਿਲਕੁਲ ਸਹੀ ਆ ਜਾਂਦੀ ਹੈ ਜੀ ਓਕੇ ਨੈਕਸਟ ਹੈ ਡਿਵੈਲਪ ਅ ਰਿਸੋਰਸ ਬਾਕਸ ਫॉर ਕਲਾਸ ਫਸਟ ਠੀਕ ਹੈ ਫਸਟ ਕਲਾਸ ਦੇ ਲਈ ਕੀ ਹੈਗਾ ਸਾਡਾ ਹੀ ਇੱਕ ਰਿਸੋਰਸ ਬਾਕਸ ਤਿਆਰ ਕਰਿਆ ਮਤਲਬ ਹੈ ਨਾ ਟੀਚਰ ਗਿਵਸ 3 ਇੰਸਟਰਕਸ਼ਨਸ ਟੂ ਈਚ ਸਟੂਡੈਂਟ ਰਿਗਾਰਡਿੰਗ ਵਿਚ ਆਈਟਮਸ ਆਰ ਟੂ ਬੀ ਪੁੱਟ ਇਨ ਇਟ ਓਕੇ 3 ਇੰਸਟਰਕਸ਼ਨਸ ਦਿੱਤੀਆਂ ਨੇ ਟੀਚਰ ਨੇ ਹਰ ਇੱਕ ਸਟੂਡੈਂਟ ਨੂੰ ਓਕੇ ਇਹਦੇ ਵਿੱਚ ਆਈਟਮਸ ਨਾਲ ਸੰਬੰਧਿਤ ਨੇਗੀਆਂ ਜਿਹੜੀਆਂ ਇਹ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਰਿਸੋਰਸ ਬਾਕਸ ਜਿਹੜਾ ਉਹਨਾਂ ਨੇ ਬੱਚਿਆਂ ਨੇ ਇੱਕ ਤਿਆਰ ਕਰਨਾਗਾ ਉਹਦੇ ਵਿੱਚ ਇਨਪੁਟ ਕਰਨੀਆਂ ਨੇ ਓਕੇ ਜਿੱਦਾਂ ਕਿ ਪਪੇਟ ਜਿਹੜੇ ਉਹ ਹੁੰਦੇ ਨੇ ਪੁਤਲੇ ਜਿਹੇ ਹੁੰਦੇ ਨੇ ਨਾ ਪਪੇਟ ਹੁੰਦੇ ਨੇ ਜਿਹੜੇ ਪੀਸਿਸ ਆਫ ਕਲਰਡ ਪੈਨਸਿਲਸ ਕਲਰਫੁਲ ਪੈਨਸਿਲਸ ਦੇ ਪੀਸਿਸ ਉਹ ਦਿੱਤੇ ਜਾਂਦੇ ਨੇ ਸਮਾਲ ਟੋਇਜ਼ ਦਿੱਤੇ ਜਾਂਦੇ ਨੇ ਵਗੈਰਾ ਵਗੈਰਾ ਉਹਨਾਂ ਨੂੰ ਹਨਾ ਸਟੂਡੈਂਟਸ ਫੋਲੋ ਇੰਸਟਰਕਸ਼ਨ ਇਹਨਾਂ ਇੰਸਟਰਕਸ਼ਨਸ ਨੂੰ ਸਟੂਡੈਂਟ ਕੀ ਕਰਦੇ ਨੇ ਫੋਲੋ ਕਰਦੇ ਨੇ ਦੀ ਐਕਟੀਵਿਟੀਜ਼ ਤਾਂ ਇਹ ਐਕਟੀਵਿਟੀ ਕਿਹੜੀ ਆ ਸਮਝ ਗਏ ਨਾ ਗੱਲ ਫਸਟ ਕਲਾਸ ਦੇ ਵਿੱਚ ਸਟੂਡੈਂਟਸ ਨੇਗੇ ਉਹਨਾਂ ਨੂੰ ਟੀਚਰ ਨੇ ਇੱਕ ਰਿਸੋਰਸ ਬਾਕਸ ਤਿਆਰ ਕਰਨ ਲਈ ਕਿਹਾ ਹੈਗਾ ਤਾਂ 3 ਇੰਸਟਰਕਸ਼ਨਸ ਦਿੱਤੀਆਂ ਨੇ ਜਿਹੜੀਆਂ ਕਿ ਉਹਦੇ ਆਈਟਮਸ ਦੇ ਸੰਬੰਧੀ ਹੈਗੇ ਕਿਹੜੀਆਂ ਪਪੇਟ ਦੇ ਸੰਬੰਧੀ ਨੇਗੀਆਂ ਜਾਂ ਫਿਰ ਕਲਰਫੁਲ ਪੈਨਸਿਲਸ ਦੇ ਸੰਬੰਧੀ ਨੇ ਜਾਂ ਸਮਾਲ ਟੋਇਜ਼ ਦੇ ਸੰਬੰਧੀ ਨੇ ਓਕੇ ਇਹ ਇੰਸਟਰਕਸ਼ਨਸ ਨੂੰ ਸਟੂਡੈਂਟਸ ਨੇ ਫੋਲੋ ਕੀਤਾ ਤਾਂ ਇਹ ਕਿਹੜੀ ਐਕਟੀਵਿਟੀ ਹੈ ਫਸਟ ਦੇਖੋ ਲਿਸਨਿੰਗ ਵਿਦ ਕੰਸਨਟ੍ਰੇਸ਼ਨ ਫॉर ਸਪੈਸੀਫਿਕ ਇਨਫੋਰਮੇਸ਼ਨ ਨੀਡਡ ਫॉर ਅ ਟਾਸਕ ਕਹਿੰਦੇ ਬੱਚਿਆਂ ਨੇ ਪੂਰੀ ਕੰਸਨਟ੍ਰੇਸ਼ਨ ਦੇ ਨਾਲ ਸੁਣਿਆਗਾ ਸਪੈਸੀਫਿਕ ਜਿਹੜੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਉਸ ਟਾਸਕ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਜ਼ਰੂਰੀ ਸੀ ਉਹ ਟਾਸਕ ਇਨਫੋਰਮੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਵਾਈ ਗਈ ਓਕੇ ਤਾਂ ਉਸ ਇਨਫੋਰਮੇਸ਼ਨ ਨੂੰ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਸੁਣਿਆ ਕਹਿੰਦੇ ਪਹਿਲੀ ਆਪਸ਼ਨ ਇਹ ਕਹਿ ਰਹੇ ਨੇ ਓਕੇ ਸੈਕੰਡ ਆਪਸ਼ਨ ਕੀ ਹੈ ਜੀ ਸਟੇਜ ਇਨ ਅ ਲਿਸਨਿੰਗ ਸੈਸ਼ਨ ਵੈਨ ਅ ਲਿਸਨਰ ਕੰਪਲੀਟਸ ਅ ਟਾਸਕ ਠੀਕ ਹੈ ਕਹਿੰਦੇ ਇੱਕ ਮਤਲਬ ਜਦੋਂ ਕੰਪਲੀਟ ਕਰ ਲਿਆ ਲਿਸਨਰ ਨੇ ਸੁਣਨ ਵਾਲੇ ਨੇ ਇੱਕ ਟਾਸਕ ਕੰਪਲੀਟ ਕਰ ਲਿਆ ਤਾਂ ਉੱਥੇ ਕਿਹੜੀ ਸਟੇਜ ਮਤਲਬ ਕੀ ਕਰੇਗਾ ਲਿਸਨਿੰਗ ਸੈਸ਼ਨ ਇੱਕ ਸ਼ੁਰੂ ਕੀਤਾ ਗਿਆ ਓਕੇ ਉਹਦੀ ਸਟੇਜ ਲਾਈ ਗਈ ਓਕੇ ਥਰਡ ਆਈ ਮਤਲਬ ਲਿਸਨਿੰਗ ਸੈਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਓਵਰਆਲ ਜਿਹੜੀ ਸੈਕੰਡ ਆਪਸ਼ਨ ਦੇ ਵਿੱਚ ਥਰਡ ਹੈ ਲਿਸਨਿੰਗ ਟੂ ਨੈਚੁਰਲ ਕਨਵਰਜੇਸ਼ਨ ਬਿਟਵੀਨ ਟੀਚਰ ਐਂਡ ਸਟੂਡੈਂਟ ਓਕੇ ਕਹਿੰਦੇ ਕੀ ਹੈਗਾ ਕਾਦੀ ਲਿਸਨਿੰਗ ਹੋ ਰਹੀ ਹੈਗੀ ਨੈਚੁਰਲ ਕਨਵਰਜੇਸ਼ਨ ਦੀ ਜਿਹੜੀ ਸਟੂਡੈਂਟ ਦੇ ਟੀਚਰ ਦੇ ਵਿੱਚ ਹੁੰਦੀ ਹੈਗੀ ਉਹਦੇ ਬਾਰੇ ਲਿਸਨਿੰਗ ਹੈ ਓਕੇ ਤਾਂ ਫੋਰਥ ਹੈ ਲਿਸਨਿੰਗ ਟੂ ਅ ਸਪੀਚ ਵਿਚ ਇਜ਼ ਸੈਮੀ ਸਕ੍ਰਿਪਟਡ ਓਕੇ ਇੱਕ ਸਪੀਚ ਸੁਣੀ ਹੈ ਬੱਚਿਆਂ ਨੇ ਜਿਹੜੀ ਕੀ ਹੈਗੀ ਕਹਿੰਦੇ ਸੈਮੀ ਸਕ੍ਰਿਪਟਡ ਹੈਗੀ ਮਤਲਬ ਅੱਧੀ ਕੁ ਜਿਹੜੀ ਸਕ੍ਰਿਪਟ ਤਿਆਰ ਕੀਤੀ ਗਈ ਸੀ ਉਹਨਾਂ ਨੇ ਟੀਚਰ ਨੇ ਕਿਉਂਕਿ ਉਹਨਾਂ ਨੂੰ ਕੀ ਕੀਤਾਗਾ ਇੰਸਟਰਕਸ਼ਨਸ ਦਿੱਤੀਆਂ ਨੇਗੀਆਂ ਉਹਦੇ ਸੰਬੰਧੀ ਓਕੇ ਤਾਂ ਆਪਾਂ ਕੀ ਕਹਿ ਸਕਦੇ ਹਾਂ ਇਹਨਾਂ ਨੇ ਕਿਹਾ ਸੀ ਟੀਚਰ ਨੇ ਇੰਸਟਰਕਸ਼ਨਸ ਦਿੱਤੀਆਂ ਨੇ ਤੇ ਸਟੂਡੈਂਟਸ ਨੇ ਫੋਲੋ ਕੀਤਾਗਾ ਉਹਨੂੰ ਫੋਲੋ ਕੀਤਾ ਤਾਂ ਜੇ ਧਿਆਨ ਨਾਲ ਸੁਣਿਆ ਹੋਊਗਾ ਉਹਨਾਂ ਨੇ ਇੰਸਟਰਕਸ਼ਨ ਨੂੰ ਠੀਕ ਹੈ ਤਾਂ ਇਹਦੀ ਸਾਡੀ ਫਸਟ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਆ ਲਿਸਨਿੰਗ ਵਿਦ ਕੰਸਨਟ੍ਰੇਸ਼ਨ ਫॉर ਸਪੈਸੀਫਿਕ ਇਨਫੋਰਮੇਸ਼ਨ ਨੀਡਡ ਫॉर ਅ ਟਾਸਕ ਜਿਹੜੀ ਕਿ ਟਾਸਕ ਦੇ ਲਈ ਜ਼ਰੂਰੀ ਇਨਫੋਰਮੇਸ਼ਨ ਸੀ ਉਹਨੂੰ ਉਹਨਾਂ ਨੇ ਬੱਚਿਆਂ ਨੇ ਬੜੇ ਧਿਆਨ ਨਾਲ ਸੁਣਿਆ ਨੈਕਸਟ ਆਪਸ਼ਨ ਹੈ ਜੀ ਐਗਜ਼ਾਮਪਲ ਆਫ ਕ੍ਰੀਏਟਿਵ ਰੀਡਿੰਗ ਦੀ ਐਗਜ਼ਾਮਪਲ ਪ੍ਰੋਜੈਕਟਿਵਸ ਫॉर ਅਸੈਸਮੈਂਟ ਆਰ ਠੀਕ ਹੈ ਕੀ ਹੈ ਫਸਟ ਹੈ ਰੈਫਰੈਂਸ ਵਰਕ ਡਨ ਇਨ ਦ ਲਾਇਬ੍ਰੇਰੀ ਫॉर ਮੋਰ ਇਨਫੋਰਮੇਸ਼ਨ ਔਨ ਦ ਥੀਮ ਕਹਿੰਦੇ ਜਿਹੜਾ ਉਹਨਾਂ ਨੂੰ ਥੀਮ ਦਿੱਤਾ ਗਿਆ ਪ੍ਰੋਜੈਕਟ ਤਿਆਰ ਕਰਨ ਲਈ ਦਿੱਤਾ ਗਿਆ ਸੀ ਓਕੇ ਕ੍ਰੀਏਟਿਵ ਰੀਡਿੰਗ ਦੇ ਉੱਪਰ ਤਾਂ ਉਹਨਾਂ ਨੇ ਕੀ ਕੀਤਾ ਕਹਿੰਦੇ ਇਹਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਜਾ ਕੇ ਆਪਣਾ ਪ੍ਰੋਜੈਕਟ ਜਿਹੜਾ ਤਿਆਰ ਕਰਨਾ ਸੀ ਤਾਂ ਉਹਦੇ ਨਾਲ ਸੰਬੰਧਿਤ ਹੋਰ ਇਨਫੋਰਮੇਸ਼ਨ ਇਕੱਠੀ ਕੀਤੀ ਉਸ ਥੀਮ ਨਾਲ ਰਿਲੇਟਡ ਓਕੇ ਸੈਕੰਡ ਹੈ
ਸਰਫਿੰਗ ਦਾ ਨੈਟ ਇੰਟਰਨੈਟ ਫॉर ਰਿਲੇਟਡ ਇਨਫੋਰਮੇਸ਼ਨ, ਜਾਂ ਫਿਰ ਉਹਦੇ ਨਾਲ ਰਿਲੇਟਡ ਇਨਫੋਰਮੇਸ਼ਨ ਨੂੰ ਪ੍ਰਾਪਤ ਕਰਨ ਦੇ ਲਈ ਕਿੱਥੇ ਸਰਫ ਕੀਤਾ, ਮਤਲਬ ਇੰਟਰਨੈਟ ਤੇ ਜਾ ਕੇ ਖੋਜ ਕੀਤੀ, ਉਹਨਾਂ ਨੇ ਨੈਟ ਯੂਜ਼ ਕੀਤਾ ਗਾ। ਓਕੇ, ਥਰਡ ਆ ਡਰਾਮੇਟਾਈਜੇਸ਼ਨ, ਰੋਲ ਪਲੇ ਐਂਡ ਰੀਰਾਈਟਿੰਗ ਫਰੋਮ ਅ ਡਿਫਰੈਂਟ ਪੁਆਇੰਟ ਆਫ ਵਿਊ। ਠੀਕ ਹੈ, ਇਹਦੇ ਵਿੱਚ ਡਰਾਮੇਟਾਈਜੇਸ਼ਨ ਆ ਗਿਆ, ਮਤਲਬ ਕਿਦਾ ਡਰਾਮਾ ਹੁੰਦੇ ਨੇ ਜਿਹੜੇ, ਓਕੇ, ਰੋਲ ਪਲੇ ਕਰਨ ਦਾ ਜਿਹੜਾ ਇੱਕ ਹੁੰਦਾ ਗਾ, ਉਹਨਾਂ ਨੂੰ ਵੈਰਾਈਟੀਜ਼ ਹੁੰਦੀਆਂ ਨੇ ਅਲੱਗ-ਅਲੱਗ। ਇਹ ਡਰਾਮਾਸ ਦੇ ਵਿੱਚ ਹੋ ਗਿਆ, ਰੋਲ ਪਲੇ ਹੋ ਗਿਆ, ਜਾਂ ਫਿਰ ਰੀਰਾਈਟਿੰਗ ਦੁਬਾਰਾ ਤੋਂ ਲਿਖਣਾ ਫਰੋਮ ਅ ਡਿਫਰੈਂਟ ਪੁਆਇੰਟ ਆਫ ਵਿਊ, ਇੱਕ ਅਲੱਗ ਹੀ ਪੁਆਇੰਟ ਆਫ ਵਿਊ ਤੋਂ। ਠੀਕ ਹੈ, ਉਹਨਾਂ ਨੂੰ ਇੱਕ ਪ੍ਰੋਜੈਕਟ ਦਿੱਤਾ ਹੋਇਆ ਸੀ ਨਾ। ਕ੍ਰੀਏਟਿਵ ਰਾਈਟਿੰਗ ਦਾ ਮਤਲਬ ਕੀ ਹੋਇਆ, ਆਪਣੇ ਵਿਊਜ਼ ਕ੍ਰੀਏਟ ਕਰਨੇ ਨੇ, ਆਪਣੇ ਵਿਊਜ਼ ਦੇਣੇ ਨੇਗੇ। ਠੀਕ ਹੈ, ਸੌਰੀ ਕ੍ਰੀਏਟਿਵ ਰੀਡਿੰਗ ਸੀ। ਓਕੇ, ਅੱਗੇ ਆ ਗਿਆ ਰੀਡਿੰਗ ਫॉर ਮੀਨਿੰਗ, ਜਾਂ ਫਿਰ ਮੀਨਿੰਗ ਦੇ ਲਈ ਅਸੀਂ ਕੋਈ ਚੀਜ਼ ਦਾ ਮੀਨਿੰਗ ਕੱਢਣਾ, ਮੀਨਿੰਗ ਵੇਖਣਾ, ਤਾਂ ਉਸ ਚੀਜ਼ ਲਈ ਰੀਡਿੰਗ ਕਰ ਰਹੇ ਹਾਂ। ਓਕੇ, ਤਾਂ ਇਹਦੇ ਵਿੱਚ ਕ੍ਰੀਏਟਿਵ ਰੀਡਿੰਗ ਦੇ ਵਿੱਚ ਕੀ ਆਊਗਾ, ਜਦੋਂ ਅਸੀਂ ਕੁਝ ਪੜ੍ਹ ਰਹੇ ਹਾਂਗੇ ਤਾਂ ਉਹਨੂੰ ਪ੍ਰੋਡਿਊਸ ਵੀ ਤਾਂ ਕਰਾਂਗੇ, ਤਾਂ ਇਹਦੇ ਵਿੱਚ ਪ੍ਰੋਜੈਕਟ ਤਿਆਰ ਕਰਨਾ ਉਸ ਤੋਂ ਬਾਅਦ ਇਹਨਾਂ ਨੇ। ਤਾਂ ਇਹਦੇ ਵਿੱਚ ਕੀ ਆਊਗਾ ਜੀ, ਡਰਾਮੇਟਾਈਜੇਸ਼ਨ, ਰੋਲ ਪਲੇ ਐਂਡ ਰੀਰਾਈਟਿੰਗ ਫਰੋਮ ਅ ਡਿਫਰੈਂਟ ਪੁਆਇੰਟ ਆਫ ਵਿਊ। ਨੈਕਸਟ ਹੈ ਐਟ ਕਲਾਸ ਸੈਕੰਡ, ਸ਼ੇਅਰਿੰਗ ਸਟੋਰੀਜ਼, ਫੈਮਲੀਅਰ ਐਕਸਪੀਰੀਅੰਸਿਸ ਐਂਡ ਇੰਟਰਸਟਸ, employing gestures where appropriate is a sub skill of dash function। ਠੀਕ ਹੈ, ਸੈਕੰਡ ਕਲਾਸ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਸਟੋਰੀ ਸ਼ੇਅਰ ਕਰਨਾ, ਜਾਂ ਆਪਣੇ ਫੈਮਲੀਅਰ ਐਕਸਪੀਰੀਅੰਸਿਸ ਨੂੰ ਸ਼ੇਅਰ ਕਰਨਾ, ਆਪਣੇ ਇੰਟਰਸਟ ਰੁਚੀਆਂ ਨੂੰ ਸ਼ੇਅਰ ਕਰਨਾ, ਜਾਂ ਇੰਪਲੋਇੰਗ ਕਿਸ ਚੀਜ਼ ਨੂੰ ਜੈਸਚਰ ਇੰਪਲੋਏ ਕਰਨੇ ਨੇਗੇ, ਹੈ ਨਾ। ਤਾਂ ਇਹ ਕਿੱਥੇ ਜਿਹੜੇ ਕਿ ਜ਼ਿਆਦਾ ਐਪਰੋਪਰੀਏਟ ਹੁੰਦੇ ਨੇਗੇ, ਜਦੋਂ ਮਤਲਬ ਇਸ ਚੀਜ਼ ਦੀ ਲੋੜ ਪਵੇ ਉਦੋਂ ਉਸ ਚੀਜ਼ ਨੂੰ ਅਪਲਾਈ ਕਰਨਾ, ਹੈ ਨਾ। ਇਹ ਕਿਸ ਚੀਜ਼ ਦੀ ਸਬ ਸਕਿੱਲ ਆ ਜਾਂਦੀ ਹੈ ਜੀ, ਕਹਿੰਦੇ ਰੀਡਿੰਗ ਦੀ ਆ, ਲਿਸਨਿੰਗ ਦੀ ਆ, ਸਪੀਕਿੰਗ ਦੀ, ਜਾਂ ਫਿਰ ਰਾਈਟਿੰਗ ਦੀ। ਹੁਣ ਦੇਖੋ, ਜਦੋਂ ਅਸੀਂ ਸਟੋਰੀ ਨੂੰ ਸ਼ੇਅਰ ਕਰ ਰਹੇ ਹਾਂ, ਬੋਲ ਕੇ ਸ਼ੇਅਰ ਕਰ ਰਹੇ ਹਾਂ, ਮਤਲਬ ਕੀ ਗੱਲ ਹੋ ਰਹੀ ਆ, ਤਾਂ ਸਪੀਕਿੰਗ ਦੀ ਗੱਲ ਹੋ ਰਹੀ ਹੈ ਅਸੀਂ, ਤਾਂ ਥਰਡ ਆਪਸ਼ਨ ਬਿਲਕੁਲ ਸਹੀ ਆ ਜਾਂਦਾ ਜੀ। ਨੈਕਸਟ ਹੈ ਵਨ ਆਫ ਦਾ ਸਬ ਸਕਿੱਲਸ ਦੈਟ ਇਜ਼ ਅਸੈਸਡ ਫॉर ਸਪੀਕਿੰਗ ਵੁੱਡ ਬੀ। ਕਹਿੰਦੇ ਇਹਨਾਂ ਦੇ ਵਿੱਚੋਂ ਸਬ ਸਕਿੱਲਸ ਨੇਗੀਆਂ, ਇੱਕ ਕਿਹੜੀ ਹੈਗੀ ਜਿਹੜੀ ਕਿ ਸਪੀਕਿੰਗ ਨਾਲ ਰਿਲੇਟਡ ਹੈਗੀ। ਓਕੇ, ਫਸਟ ਹੈ ਅੰਡਰਸਟੈਂਡਿੰਗ ਐਂਡ ਰਿਸਪੌਂਡਿੰਗ ਇਨ ਅ ਪੈਰਾਗ੍ਰਾਫ ਟੂ ਲਿਟਰੇਸੀ ਵਰਕਸ। ਜਿਹੜੇ ਵੀ ਲਿਟਰੇਸੀ ਵਰਕ ਲਿਖੇ ਹੋਏ ਨੇ ਸਾਡੇ, ਠੀਕ ਹੈ, ਉਹ ਸਾਡੇ, ਤਾਂ ਉਹਨਾਂ ਦੇ ਨਾਲ ਸੰਬੰਧਿਤ ਕੀ ਹੈਗਾ, ਅੰਡਰਸਟੈਂਡਿੰਗ, ਉਹਨਾਂ ਨੂੰ ਸਮਝਣਾ, ਤੇ ਉਹਨਾਂ ਨੂੰ ਕੀ ਕਿਹਾ, ਇੱਕ ਪੈਰਾਗ੍ਰਾਫ ਦੇ ਵਿੱਚ ਕੀ ਕਰਨਾਗਾ, ਰਿਸਪੌਂਡ ਕਰਨਾਗਾ, ਰਿਸਪੌਂਸ ਦੇਣਾ, ਆਨਸਰ ਕਰਨਾ। ਓਕੇ, ਯੂਜ਼ਿੰਗ ਐਪਰੋਪਰੀਏਟ ਵੋਲਿਊਮ, ਕਲੈਰਿਟੀ ਐਂਡ ਜੈਸਚਰਸ ਇਨ ਇੰਡੀਵਿਜੂਅਲ ਔਰ ਗਰੁੱਪ ਸਿਚੁਏਸ਼ਨਸ। ਜਾਂ ਫਿਰ ਕੀ ਯੂਜ਼ ਕਰਨਾਗਾ, ਇੱਕ ਸਹੀ ਤਰੀਕੇ ਦੇ ਨਾਲ, ਕਹਿੰਦੇ ਜਿਹੜੀ ਵੋਲਿਊਮ, ਜਿਹੜੀ ਸਾਡੀ ਆਵਾਜ਼ ਦੀ ਪੇਸ ਹੁੰਦੀ ਹੈਗੀ। ਓਕੇ, ਜਾਂ ਫਿਰ ਕਲੈਰਿਟੀ ਹੋਣੀ ਚਾਹੀਦੀ, ਉਹਦੇ 'ਚ ਸਾਡੇ ਜੈਸਚਰ ਯੂਜ਼ ਕਰਨੇ ਨੇ, ਹਾਵ ਭਾਵ ਯੂਜ਼ ਕਰਦੇ ਨੇ, ਚਾਹੇ ਉਹ ਇੰਡੀਵਿਜੂਅਲ ਤੌਰ 'ਤੇ ਹੋਣ, ਚਾਹੇ ਉਹ ਗਰੁੱਪ ਸਿਚੁਏਸ਼ਨ ਦੇ ਵਿੱਚ ਹੋਣ, ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਯੂਜ਼ ਕੀਤਾ ਜਾਣਾ। ਓਕੇ, ਥਰਡ ਹੈ ਸਪੈਲਿੰਗ ਕਾਮਨ ਫਰੀਕੁਐਂਟਲੀ ਯੂਜ਼ਡ ਵਰਡਸ ਕਰੈਕਟਲੀ। ਜਿਹੜੇ ਕਿ ਆਮ ਹੀ ਅਸੀਂ ਲਗਾਤਾਰ ਯੂਜ਼ ਕਰ ਦਿਆਂਗੇ ਵਰਡਸ ਨੂੰ, ਉਹਨਾਂ ਦੇ ਸਪੈਲਿੰਗ ਜਿਹੜੇ ਹੈਗੇ ਨੇਗੇ, ਕੀ ਹੈਗਾ, ਕਰੈਕਟ ਸਪੈਲਿੰਗ ਉਹਨਾਂ ਨੇ ਯੂਜ਼ ਕਰਨੇ ਨੇਗੇ। ਓਕੇ, ਲਾਸਟ ਹੈ ਜੀ ਲਿਸਨਿੰਗ ਐਕਟਿਵਲੀ ਐਂਡ ਰਿਸਪੌਂਡਿੰਗ ਟੂ ਅਦਰਸ ਇਨ ਸਮॉल ਐਂਡ ਲਾਰਜ ਗਰੁੱਪ ਸਿਚੁਏਸ਼ਨਸ। ਜਾਂ ਫਿਰ ਕੀ ਹੈ, ਪੂਰੇ ਐਕਟਿਵ ਹੋ ਕੇ ਸੁਣ ਰਹੇ ਨੇ ਤੇ ਉਹਨਾਂ ਦਾ ਰਿਸਪੌਂਡ ਕਰ ਰਹੇ ਨੇ, ਆਨਸਰ ਦੇ ਰਹੇ ਨੇਗੇ ਟੂ ਅਦਰਸ ਇਨ ਸਮॉल, ਜਾਂ ਛੋਟੇ ਗਰੁੱਪ ਦੇ ਵਿੱਚ, ਜਾਂ ਕੀ ਹੈਗਾ ਇੱਕ ਲਾਰਜ ਗਰੁੱਪ ਦੇ ਵਿੱਚ ਜਿਹੜਾ ਆਨਸਰ ਕੀਤਾ ਜਾ ਰਿਹਾ ਹੈਗਾ, ਹੈ ਨਾ, ਸੁਣ ਕੇ। ਤਾਂ ਇਹ ਕਿਸ ਚੀਜ਼ ਦੀ, ਆਪਾਂ ਨੇ ਕਿਸ ਚੀਜ਼ ਦੀ ਗੱਲ ਕੀਤੀ ਸੀ ਇੱਥੇ ਜੀ, ਸਪੀਕਿੰਗ ਦੀ ਗੱਲ ਕੀਤੀ ਸੀ। ਓਕੇ, ਵੀ ਸਪੀਕਿੰਗ ਦੀ ਜਿਹੜੀ ਸਬ ਸਕਿੱਲ ਕਿਹੜੀ ਹੈ ਇਹਨਾਂ ਦੇ ਵਿੱਚੋਂ। ਤਾਂ ਜਦੋਂ ਆਪਾਂ ਗੱਲ ਇੱਥੇ ਸਪੀਕਿੰਗ ਦੀ ਕਰ ਰਹੇ ਹਾਂ, ਇਹਦਾ ਮਤਲਬ ਕੀ ਹੈ, ਬੋਲਣ ਦੇ ਨਾਲ ਸੰਬੰਧਿਤ ਹੈ। ਤਾਂ ਬੋਲਣ ਦੇ ਨਾਲ ਕੀ ਹੈਗਾ, ਅਸੀਂ ਕੀ ਯੂਜ਼ ਕਰ ਰਹੇ ਹਾਂਗੇ, ਇੱਕ ਐਪਰੋਪਰੀਏਟ ਵੋਲਿਊਮ ਯੂਜ਼ ਕਰ ਰਹੇ ਹਾਂ, ਕਲੈਰਿਟੀ ਹੋਣੀ ਚਾਹੀਦੀ ਹੈ ਬੋਲਣ ਦੇ ਵਿੱਚ, ਸਾਡੇ ਜੈਸਚਰਸ, ਠੀਕ ਹੈ, ਚਾਹੇ ਅਸੀਂ ਇੰਡੀਵਿਜੂਅਲੀ, ਚਾਹੇ ਅਸੀਂ ਗਰੁੱਪ ਸਿਚੁਏਸ਼ਨਸ ਦੇ ਵਿੱਚ, ਸਾਡੇ ਹਾਵ ਭਾਵ ਜਿਹੜੇ ਹੋਗੇ, ਤਾਂ ਇਹ ਬੋਲਣ ਦੇ ਨਾਲ ਸੰਬੰਧਿਤ ਹੁੰਦੇ ਨੇ। ਤਾਂ ਸਾਡੀ ਜਿਹੜੀ ਸੈਕੰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ ਜੀ। ਨੈਕਸਟ ਹੈ ਅਮੰਗ ਦਾ 4 ਲੈਂਗੁਏਜ ਸਕਿੱਲਸ ਵਿਚ ਪੇਅਰ ਕਨਸਟੀਟਿਊਟਸ ਦਾ ਰੀਇਨਫੋਰਸਮੈਂਟ ਸਕਿੱਲ। ਠੀਕ ਹੈ, ਜਿੱਦਾਂ ਆਪਾਂ ਉਸ ਦੇ ਵਿੱਚ ਕੀਤੀਆਂ ਸੀ ਰੀਇਨਫੋਰਸਮੈਂਟ ਸਕਿੱਲਸ, ਕਿੰਨੇ ਟਾਈਪਸ ਜੇ ਕੀਤੇ ਸੀ ਆਪਾਂ ਨੇ, ਨਾ। ਪ੍ਰਾਇਮਰੀ ਸਕਿੱਲਸ ਹੁੰਦੀਆਂ ਨੇ, ਪ੍ਰੋਡਕਟਿਵ ਹੁੰਦੀਆਂ ਨੇ, ਰਿਸੈਪਟਿਵ ਹੁੰਦੀਆਂ ਨੇ, ਰੀਇਨਫੋਰਸਮੈਂਟ ਹੁੰਦੀਆਂ ਨੇ। ਓਕੇ, ਤਾਂ ਇਹਨਾਂ ਚਾਰਾਂ ਸਕਿੱਲਸ ਦੇ ਵਿੱਚੋਂ ਦੇਖਣਾ ਕਿਹੜਾ ਪੇਅਰ ਜਿਹੜਾ ਹੈਗਾ ਉਹ ਸਾਡਾ ਰੀਇਨਫੋਰਸਮੈਂਟ ਸਕਿੱਲਸ ਹੈਗਾ। ਰੀਡਿੰਗ ਐਂਡ ਲਿਸਨਿੰਗ, ਸਪੀਕਿੰਗ ਐਂਡ ਲਿਸਨਿੰਗ, ਰੀਡਿੰਗ ਐਂਡ ਸਪੀਕਿੰਗ, ਸਪੀਕਿੰਗ ਐਂਡ ਰਾਈਟਿੰਗ। ਠੀਕ ਹੈ, ਤਾਂ ਅਸੀਂ ਰੀਇਨਫੋਰਸਮੈਂਟ, ਪੁਨਰਵਾਲ ਨਾਲ ਸੰਬੰਧਿਤ ਕੌਸ਼ਲ ਕਿਹੜਾ ਸੀ ਸਾਡਾ ਹੀ, फोर्थ ऑप्शन आऊगी साडी स्पीकिंग एंड राइटिंग। नैक्सट है टू हैल्प द स्टूडेंट्स ओवरकम द प्रॉब्लम ऑफ स्पैलिंग मिसटेक्स द टीचर विल यूज डैश एज द टीचिंग स्ट्रैटेजी। ओके, ਬੱਚਿਆਂ ਨੂੰ ਲਿਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਸਪੈਲਿੰਗ ਮਿਸਟੇਕਸ ਨੇਗੀਆਂ ਉਹਨਾਂ ਦੀਆਂ, ਉਹਨਾਂ ਨੂੰ ਓਵਰਕਮ ਕਰਨਾਗਾ, ਉਹਨਾਂ ਨੂੰ ਘਟਾਉਣਾਗਾ ਬੱਚਾ, ਹੈ ਨਾ। ਟੀਚਰ ਕੀ ਯੂਜ਼ ਕਰੇਗਾ ਇੱਕ ਟੀਚਿੰਗ ਸਟ੍ਰੈਟਜੀ ਦੇ ਤੌਰ ਤੇ। ਲਾਊਡ ਰੀਡਿੰਗ ਮਤਲਬ ਉੱਚੀ ਉੱਚੀ ਬੋਲ ਕੇ ਪੜ੍ਹਨਾ ਬੱਚਿਆਂ ਨੇ। ਦਿੱਕਤ ਕਿੱਥੇ ਉਹਨਾਂ ਨੂੰ, ਸਪੈਲਿੰਗ ਮਿਸਟੇਕਸ ਆ, ਮਤਲਬ ਲਿਖਣ ਦੇ ਵਿੱਚ ਦਿੱਕਤ ਆ,
ਤਾਂ ਬੋਲ ਕੇ ਪੜਨ ਨਾਲ ਤਾਂ ਕੋਈ ਚੱਕਰ ਹੀ ਨਹੀਂ ਹੈਗਾ। ਓਕੇ, ਇਹ ਤਾਂ ਸਾਡੀ ਐਲੀਮੀਨੇਟ ਹੋ ਗਈ ਇੱਥੇ ਆਪਸ਼ਨ। ਬ੍ਰੇਨਸਟੋਰਮਿੰਗ ਮਤਲਬ ਆਪਣੇ ਆਈਡੀਆਜ਼ ਨੂੰ ਐਕਸਪ੍ਰੈਸ ਕਰਨਾ, ਜਿਹੜਾ ਰਾਈਟਿੰਗ ਸਕਿੱਲ ਦੇ ਨਾਲ ਰਿਲੇਟਡ ਹੁੰਦਾ ਗਾ ਇਹ। ਅੱਗੇ ਪ੍ਰੋਨਾਂਸੀਏਸ਼ਨ ਡਰਿਲ, ਜਾਂ ਕੀ ਹੈਗਾ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਉਚਾਰਨ ਸੰਬੰਧੀ ਅਭਿਆਸ ਕਰਵਾਏ ਜਾਣ ਕਿ ਸਹੀ ਤਰੀਕੇ ਨਾਲ ਉਚਾਰਨ ਕਰ ਪਾਉਣ। ਓਕੇ, ਫੋਰਥ ਹੈ ਜੀ ਡਿਕਟੇਸ਼ਨ, ਜਦੋਂ ਉਹਨਾਂ ਨੂੰ ਲਿਖਣ ਦੇ ਵਿੱਚ ਦਿੱਕਤ ਆ ਰਹੀ ਹੈ ਬੱਚਿਆਂ ਨੂੰ, ਹਨਾ ਸਪੈਲਿੰਗ ਮਿਸਟੇਕਸ ਕਰ ਰਹੇ ਨੇ ਬੱਚੇ ਵਾਰ-ਵਾਰ, ਤਾਂ ਆਪਾਂ ਉਹਨਾਂ ਨੂੰ ਕੀ ਕਰਾਂਗੇ ਜੀ, ਡਿਕਟੇਸ਼ਨ ਲਿਖਵਾਵਾਂਗੇ। ਟੀਚਰ ਦੀ ਡਿਊਟੀ ਕੀ ਬਣਦੀ ਜੀ ਉੱਥੇ, ਡਿਕਟੇਸ਼ਨ ਵਾਰ-ਵਾਰ ਬੱਚਿਆਂ ਨੂੰ ਲਿਖਵਾਏ ਜਾਣ। ਤਾਂ ਇਹਦੇ ਵਿੱਚ ਫੋਰਥ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਆ। ਨੈਕਸਟ, if you are listening to the describe of how to reach specific location then you are doing, okay, specific ਦੇ ਵਿੱਚ ਇਹ ਨਹੀਂ ਆਏਗਾ। if you are listening ਕਹਿੰਦੇ if you are listening to the describe of how to reach specific location then you are doing, ਕਹਿੰਦੇ ਤੁਸੀਂ ਫਿਰ ਕੀ ਕਰ ਰਹੇ ਹੋ, ਜੇ ਤੁਸੀਂ ਕਿਸ ਚੀਜ਼ ਨੂੰ ਸੁਣ ਰਹੇ ਹੋਗੇ, ਮਤਲਬ ਕਿਸ ਚੀਜ਼ ਦੀ ਡਿਸਕ੍ਰਾਈਬ ਕਰ ਰਹੇ ਹੋਗੇ, how to reach specific location, ਠੀਕ ਹੈ, ਇਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਕਿ ਮਤਲਬ ਇੱਕ ਸਪੈਸੀਫਿਕ ਲੋਕੇਸ਼ਨ ਤੇ ਕਿਵੇਂ ਪਹੁੰਚਿਆ ਜਾਵੇ। ਓਕੇ, ਤਾਂ ਇਹਦੇ ਵਿੱਚ ਕੀ ਹੈਗਾ, ਕੈਜੂਅਲ ਲਿਸਨਿੰਗ ਹੈ ਇਹ, ਜਿਹੜੀ ਅਸੀਂ ਗੱਲ ਕੀਤੀ ਸੀ। ਕੈਜੂਅਲ ਲਿਸਨਰ ਹੁੰਦੇ ਨੇ ਜਿਹੜੇ ਜ਼ਿਆਦਾ ਇੰਟੈਂਟਿਵ ਨਹੀਂ ਹੁੰਦੇ, ਪੜ੍ਹਨ ਦੇ ਲਈ ਜ਼ਿਆਦਾ ਇੰਟਰਸਟਿੰਗ ਨਹੀਂ ਹੁੰਦੇ। ਓਕੇ, ਇੱਕ ਫੋਕਸਡ ਲਿਸਨਿੰਗ ਜਿਹਦੇ ਵਿੱਚ ਅਸੀਂ ਕਿਸੇ ਪਰਪਸ ਨੂੰ ਫੋਕਸ ਮੰਨ ਕੇ ਪੂਰੇ ਫੋਕਸ ਦੇ ਨਾਲ, ਮਤਲਬ ਧਿਆਨ ਦੇ ਨਾਲ ਜਿਹੜੀ ਲਿਸਨਿੰਗ ਕਰ ਰਹੇ ਹੁੰਦੇ ਹੈਗੇ। ਇੱਕ ਹੁੰਦੇ ਇੰਟੈਂਸਿਵ ਇੰਟੈਂਸਿਵ ਲਿਸਨਿੰਗ, ਠੀਕ ਹੈ, ਪੂਰੇ ਇੰਟੈਂਸ ਹੋ ਕੇ ਜਿਹੜਾ ਹੈਗਾ ਉਹ ਅਸੀਂ ਕੀ ਹੁੰਦਾ ਗਾ, ਲਿਸਨਿੰਗ ਕਰ ਰਹੇ ਹਾਂ। ਇੱਕ ਐਕਸਟੈਂਸਿਵ ਲਿਸਨਿੰਗ ਜਿਹੜੀ ਅਸੀਂ ਆਪਣੀ ਪਲੇਜ਼ਰ ਦੇ ਲਈ ਹੁੰਦੀ ਹੈਗੀ। ਓਕੇ, ਇਹ ਵਾਰੀ ਵਾਰੀ ਹੁੰਦਾ ਜਿਹੜਾ। ਤਾਂ ਇਹਦੇ ਵਿੱਚ ਕੀ ਹੋਊਗਾ ਸਾਡਾ, ਜਦੋਂ ਅਸੀਂ ਕੀ ਚੀਜ਼ ਹੈਗਾ ਲਿਸਨਿੰਗ, ਇਫ ਯੂ ਆਰ ਲਿਸਨਿੰਗ ਟੂ ਦਾ ਡਿਸਕ੍ਰਾਈਬ ਆਫ ਹਾਊ ਟੂ ਰੀਚ ਸਪੈਸੀਫਿਕ ਲੋਕੇਸ਼ਨ ਦੈਨ ਯੂ ਆਰ ਡੂਇੰਗ, ਤਾਂ ਇੱਥੇ ਕੀ ਕੀਤਾ ਜਾ ਰਿਹਾ ਹੈਗਾ ਜੀ, ਇੱਥੇ ਸਾਡਾ ਥਰਡ ਆਪਸ਼ਨ ਆਏਗੀ, ਇੰਟੈਂਸਿਵ ਲਿਸਨਿੰਗ ਹੋ ਰਹੀ ਹੈ। ਓਕੇ, ਜਦੋਂ ਅਸੀਂ ਧਿਆਨ ਨਾਲ ਉਸ ਚੀਜ਼ ਨੂੰ ਸੁਣ ਰਹੇ ਹੈਗੇ, ਮਤਲਬ ਇੱਕ ਸਪੈਸੀਫਿਕ ਲੋਕੇਸ਼ਨ ਤੇ ਪਹੁੰਚਣ ਦੇ ਲਈ, ਤਾਂ ਉਹ ਕੀ ਇੰਟੈਂਸ ਹੋ ਕੇ ਸੁਣਾਂਗੇ ਆਪਾਂ ਉਸ ਚੀਜ਼ ਨੂੰ, ਤਾਂ ਸਾਡੀ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ। ਨੈਕਸਟ ਹੈ ਜੀ, ਅ ਟੀਚਰ ਆਫ ਕਲਾਸ 4th brought some interesting books and distributed them among the students, ਇੱਕ 4th ਕਲਾਸ ਦੇ ਸਟੂਡੈਂਟ ਜਿਹੜੇ ਇੰਟਰਸਟਿੰਗ ਬੁੱਕਸ ਲੈ ਕੇ ਆਏ ਨੇ ਤੇ ਉਹਨਾਂ ਨੂੰ ਸਟੂਡੈਂਟਸ ਦੇ ਵਿੱਚ ਕੀ ਕਰਤਾ ਜੀ, ਉਹਨਾਂ ਨੇ ਡਿਸਟਰੀਬਿਊਟ ਕਰਤਾ। ਦੈਨ ਸ਼ੀ ਸੈਡ, ਫਿਰ ਉਹਨੇ ਕੀ ਕਿਹਾ ਹੈ, ਟੂਡੇ ਲੈਟਸ ਹੈਵ ਫਨ ਐਂਡ ਰੀਡ ਦੀਜ਼ ਬੁੱਕਸ ਫॉर ਆਵਰ ਪਲੇਜ਼ਰ, ਕਹਿੰਦੇ ਚਲੋ ਅੱਜ ਥੋੜਾ ਫਨ ਕਰਦੇ ਆਂ, ਤੇ ਕਹਿੰਦੇ ਆਪਣੀ ਪਲੇਜ਼ਰ ਦੇ ਲਈ ਕਹਿੰਦੇ ਬੁੱਕਸ ਨੇ ਜਿਹੜੀਆਂ ਲੈ ਕੇ ਆਏ, ਇੰਟਰਸਟਿੰਗ ਬੁੱਕਸ ਲੈ ਕੇ ਆਈਆਂ ਨੇ ਟੀਚਰ ਨੇ ਲੈਂਦੀਆਂ, ਉਹਨਾਂ ਨੂੰ ਪੜ੍ਹਦੇ ਆਂ। ਦਿਸ ਰੀਡਿੰਗ ਇਜ਼ ਕਾਲਡ, ਇਸ ਰੀਡਿੰਗ ਨੂੰ ਕੀ ਕਿਹਾ ਜਾਊਗਾ, ਹਾਂਜੀ, ਪੋਸਟ ਰੀਡਿੰਗ, ਜਿਹੜੀ ਆਪਾਂ ਕਹਿੰਦੇ ਕਿ ਬਾਅਦ ਵਿੱਚ ਪੜ੍ਹਨ ਵਾਲੀ ਹੁੰਦੀ ਹੈ, ਉੱਤਰ ਰੀਡਿੰਗ ਜਿਹਨੂੰ ਕਹਦੀ ਹੈ ਨਾ, ਪੋਸਟ ਰੀਡਿੰਗ, ਇੰਟੈਂਸਿਵ ਰੀਡਿੰਗ, ਪੂਰਾ ਇੰਟੈਂਸ ਹੋ ਕੇ ਪੜ੍ਹਨਾ, ਐਕਸਟੈਂਸਿਵ ਰੀਡਿੰਗ, ਜਾਂ ਫਿਰ ਪ੍ਰੀ ਰੀਡਿੰਗ। ਤਾਂ ਹੁਣ ਇਹਦੇ ਵਿੱਚ ਕੀ ਹੈਗਾ, ਜਦੋਂ ਆਪਾਂ ਗੱਲ ਇੱਥੇ ਫਨ ਦੀ, ਪਲੇਜ਼ਰ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਕਿਹੜੀ ਰੀਡਿੰਗ ਹੈ ਸਾਡੀ, ਸਾਹਮਣੇ ਪਿਆ ਐਕਸਟੈਂਸਿਵ ਰੀਡਿੰਗ ਹੈ। ਓਕੇ, ਅੱਗੇ ਜੀ ਐਕਸਟੈਂਸਿਵ ਰੀਡਿੰਗ, ਹਾਂਜੀ, ਹੁਣ ਕਹਿੰਦੇ ਐਕਸਟੈਂਸਿਵ ਰੀਡਿੰਗ ਕੀ ਹੁੰਦੀ ਹੈ, ਰੀਡਿੰਗ ਫॉर ਫੈਕਟਸ, ਫੈਕਟ ਦੇ ਲਈ ਜਿਹੜੇ ਅਸੀਂ ਵਿੱਚੋਂ ਫੈਕਟ ਮੀਨਿੰਗ ਕੱਢਣੇ ਨੇ, ਫੈਕਟ ਕੱਢਣੇ ਨੇ ਰੀਡਿੰਗ ਦੇ ਵਿੱਚੋਂ। ਓਕੇ, ਰੀਡਿੰਗ ਟੂ ਰਾਈਟ, ਜਾਂ ਫਿਰ ਲਿਖਣ ਦੇ ਲਈ ਰੀਡਿੰਗ ਕਰਦੇ ਜਿਹੜੀ ਅਸੀਂ, ਰੀਡਿੰਗ ਫॉर ਪਲੇਜ਼ਰ ਐਂਡ ਓਵਰਆਲ ਅੰਡਰਸਟੈਂਡਿੰਗ ਆਫ ਦੀ ਟੈਕਸਟ, ਜਾਂ ਫਿਰ ਆਪਣੀ ਖੁਸ਼ੀ ਦੇ ਲਈ, ਜਿਹੜੀ ਪਲੇਜ਼ਰ ਦੇ ਲਈ ਹੈ ਨਾ, ਖੁਸ਼ੀ ਦੇ ਲਈ ਰੀਡਿੰਗ ਕਰਦੇ ਆ, ਤੇ ਟੈਕਸਟ ਦੇ ਵਿੱਚੋਂ ਅਸੀਂ ਓਵਰਆਲ ਅੰਡਰਸਟੈਂਡਿੰਗ, ਓਵਰਆਲ ਮੀਨਿੰਗ ਕੀ ਨਿਕਲਿਆ, ਮਤਲਬ ਕਿ ਪੂਰੇ ਦੀ ਜਿਹੜਾ ਹੈਗਾ ਉਹਨੂੰ ਅੰਡਰਸਟੈਂਡ ਕਰਨਾ ਗਾ, ਆਪਣੀ ਖੁਸ਼ੀ ਲਈ ਪੜ੍ਹ ਰਹੇ ਆ। ਜਾਂ ਰੀਡਿੰਗ ਇਨ ਡਿਟੇਲ ਐਵਰੀ ਵਰਡ ਐਂਡ ਆਈਡੀਆ ਫॉर ਡੀਪ ਅੰਡਰਸਟੈਂਡਿੰਗ, ਜਾਂ ਫਿਰ ਪੂਰੀ ਡੀਪਲੀ ਸਾਨੂੰ ਉਹ ਚੀਜ਼ ਦਾ ਅੰਡਰਸਟੈਂਡਿੰਗ ਹੋ ਜੇ ਉਸ ਆਈਡੀਆ ਦੀ, ਹੈ ਨਾ, ਤਾਂ ਉਹਨੂੰ ਕੀ ਹੈਗਾ, ਹਰ ਇੱਕ ਇਕੱਲੇ ਵਰਡ ਨੂੰ ਅਸੀਂ ਡਿਟੇਲ ਦੇ ਵਿੱਚ ਪੜ੍ਹ ਰਹੇ ਹਾਂ ਕਹਿੰਦੇ। ਤਾਂ ਅਸੀਂ ਦੇਖਿਆ ਐਕਸਟੈਂਸਿਵ ਰੀਡਿੰਗ ਕਿਹੜੀ ਹੁੰਦੀ ਹੈ ਜੀ, ਜਿਹੜੀ ਆਪਣੀ ਪਲੇਜ਼ਰ ਦੇ ਲਈ ਪੜ੍ਹਦੇ ਹਾਂ, ਤਾਂ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਆ। ਨੈਕਸਟ ਹੈ, ਅ ਟੀਚਰ ਗਿਵਸ ਅ ਪਜ਼ਲ ਟੂ ਹਰ ਕਲਾਸ 8th students, okay, and asks them to solve it by speaking out how they solve it, what is this strategy known as, ਟੀਚਰ ਨੇ ਇੱਕ ਪਜ਼ਲ ਦਿੱਤੀ 8th ਕਲਾਸ ਦੇ ਸਟੂਡੈਂਟਸ ਨੂੰ, ਤੇ ਉਹਨਾਂ ਨੂੰ ਕਿਹਾ ਹੈ ਕਿ ਉਹ ਬੋਲ ਕੇ ਦੱਸਣ ਇਹਨੂੰ ਕਿਸ ਤਰ੍ਹਾਂ ਨਾਲ ਉਹਨਾਂ ਨੇ ਸੋਲਵ ਕੀਤਾ। ਓਕੇ, ਤਾਂ ਇਹਨੂੰ ਸਟ੍ਰੈਟਜੀ ਨੂੰ ਕੀ ਕਿਹਾ ਜਾਊਗਾ, ਥਿੰਕ ਅਲਾਊਡ ਪ੍ਰੋਟੋਕੋਲ, ਕਿ ਕੀ ਹੈਗਾ, ਮਤਲਬ ਜੋ ਉਹਨਾਂ ਨੇ ਸੋਚਿਆਗਾ ਨਾ, ਥਿੰਕ ਅਲਾਊਡ, ਉੱਚੀ ਸੋਚਣ ਦਾ ਪ੍ਰੋਟੋਕੋਲ। ਕਹਿਣ ਦਾ ਭਾਵ ਹੈ ਜਦੋਂ ਬੱਚੇ ਕੀ ਨੇਗੇ ਇੱਕ ਪਜ਼ਲ ਨੂੰ ਸੋਲਵ ਕਰ ਰਹੇ ਨੇ, ਤਾਂ ਟੀਚਰ ਨੇ ਕਿਹਾ ਕਿ ਸਪੀਕਿੰਗ ਆਊਟ, ਬਾਈ ਸਪੀਕਿੰਗ ਆਊਟ, ਬੋਲ ਕੇ ਉਸ ਚੀਜ਼ ਨੂੰ ਸੋਲਵ ਕਰਨਾਗਾ ਨਾ, ਉਹਨਾਂ ਨੇ ਦੱਸਣਾਗਾ। ਤਾਂ ਇਹਦੇ ਵਿੱਚ ਥਿੰਕ ਅਲਾਊਡ ਪ੍ਰੋਟੋਕੋਲ ਹੈ ਇਹ, ਜਾਂ ਫਿਰ ਲਿਸਨਿੰਗ ਹੈ, ਸੁਣ ਰਹੇ ਨੇ ਬੱਚੇ, ਜਾਂ ਪਿਕਚਰ ਰੀਡਿੰਗ ਹੈ, ਪਿਕਚਰ ਰੀਡਿੰਗ ਨਹੀਂ ਹੈਗੀ ਆ, ਜਾਂ ਸਪੀਕਿੰਗ ਅਲਾਊਡ ਮਤਲਬ ਉੱਚੀ ਬੋਲਣਾ। ਓਕੇ, ਬੱਚੇ ਕੀ ਜਦੋਂ ਆਪਣੇ ਆਈਡੀਆਜ਼ ਨੂੰ ਦੱਸਣਗੇ, ਠੀਕ ਹੈ, ਵੀ ਕਿਵੇਂ ਅਸੀਂ ਨੇ ਇਹਨੂੰ
ਕੀ ਕੀਤਾ, ਸੋਲਵ ਕੀਤਾਗਾ। ਤਾਂ ਸੋਚ ਕੇ ਦੱਸਾਂਗੇ, ਆਈਡੀਆ ਜੋ ਸੋਲਵ ਵੀ ਤਾਂ ਸੋਚ ਕੇ ਕਰ ਰਹੇ ਨੇ ਪਜ਼ਲ ਨੂੰ, ਤਾਂ ਸਾਡੀ ਜਿਹੜੀ ਫਸਟ ਆਪਸ਼ਨ ਸਹੀ ਬਣ ਜਾਂਦੀ ਹੈਗੀ, ਥਿੰਕ ਅਲਾਊਡ ਪ੍ਰੋਟੋਕੋਲ। ਨੈਕਸਟ ਹੈ ਜੀ, ਅ ਟੀਚਰ ਆਫ ਕਲਾਸ 7th ਆਸਕਡ ਹਰ ਸਟੂਡੈਂਟਸ ਟੂ ਰੀਡ ਅ ਸ਼ਾਰਟ ਸਟੋਰੀ ਐਂਡ ਕਮ ਟੂ ਦ ਕਲਾਸ। ਟੀਚਰ ਨੇ ਕਿਹਾ ਇਹ 7th ਕਲਾਸ ਦੇ ਸਟੂਡੈਂਟਸ ਨੂੰ ਕਿ ਇੱਕ ਛੋਟੀ ਜਿਹੀ ਸਟੋਰੀ ਪੜ੍ਹ ਕੇ ਆਉਣੀ ਹੈਗੀ ਕਲਾਸ ਦੇ ਵਿੱਚ, ਐਂਡ ਸ਼ੀ ਆਸਕਸ them to discuss the major points of the story in groups and present them to the whole class। ਠੀਕ ਹੈ, ਤਾਂ ਉਹਨਾਂ ਨੂੰ ਕੀ ਕਹਿੰਦੇ ਆ ਕਿ ਇਹਨਾਂ ਨੂੰ ਜਿਹੜੇ ਇਹਦੇ ਵਿੱਚ ਜੋ ਵੀ ਸ਼ਾਰਟ ਸਟੋਰੀ ਪੜ੍ਹ ਕੇ ਆਏ ਹੋ ਉਹਦੇ ਵਿੱਚ ਜਿਹੜੇ ਜਿਹੜੇ ਮੇਜਰ ਪੁਆਇੰਟਸ ਹੈਗੇ ਨੇ ਸਟੋਰੀ ਦੇ ਵਿੱਚ, ਉਹਨੂੰ ਤੁਸੀਂ ਗਰੁੱਪ ਦੇ ਵਿੱਚ ਕੀ ਕਰੋ, ਡਿਸਕਸ ਕਰੋ, ਤੇ ਉਹਨਾਂ ਨੂੰ ਕੀ ਹੈਗਾ ਪੂਰੀ ਕਲਾਸ ਦੇ ਵਿੱਚ ਜਾ ਕੇ ਪ੍ਰੈਜ਼ੈਂਟ ਕੀਤਾ ਜਾਵੇ। ਓਕੇ, ਪਹਿਲਾਂ ਗਰੁੱਪ ਬਣਾਏ ਨੇ ਛੋਟੇ ਛੋਟੇ, ਉਹਨਾਂ ਦੇ ਵਿੱਚ ਉਹਨਾਂ ਨੂੰ ਡਿਸਕਸ਼ਨ ਕਰਨ ਦੇ ਲਈ ਦਿੱਤਾ, ਉਸ ਤੋਂ ਬਾਅਦ ਓਵਰਆਲ ਕਲਾਸ ਦੇ ਵਿੱਚ ਕੀ ਹੈਗਾ ਉਹਨਾਂ ਨੂੰ ਪ੍ਰੈਜ਼ੈਂਟ ਕਰਨਾਗਾ। ਵਟ ਇਜ਼ ਦਿਸ ਰੀਡਿੰਗ ਨੋਨ ਐਜ਼, ਤਾਂ ਇਸ ਰੀਡਿੰਗ ਨੂੰ ਕੀ ਕਿਹਾ ਜਾਏਗਾ। ਫਸਟ ਹੈ ਰੀਡਿੰਗ ਵਿਦ ਅ ਪਰਪਸ, ਇੱਕ ਪਰਪਸ ਦੇ ਲਈ ਰੀਡਿੰਗ ਕੀਤੀ ਜਾ ਰਹੀ ਹੈ, ਜਾਂ ਫਿਰ ਰੀਡਿੰਗ ਫॉर ਥਿੰਕਿੰਗ, ਸੋਚਣ ਦੇ ਲਈ ਜਿਹੜੀ ਰੀਡਿੰਗ ਕੀਤੀ ਜਾਂਦੀ ਹੈ, ਜਾਂ ਫਿਰ ਐਕਸਟੈਂਸਿਵ ਰੀਡਿੰਗ ਔਰ ਇੰਟੈਂਸਿਵ ਰੀਡਿੰਗ। ਹਾਂਜੀ, ਹੁਣ ਜਦ ਕੀ ਹੈਗਾ ਇੱਕ ਟੀਚਰ ਨੇ ਉਹਨਾਂ ਨੂੰ ਕਿਹਾ ਏ ਕਿ ਇੱਕ ਸ਼ਾਰਟ ਸਟੋਰੀ ਪੜ੍ਹ ਕੇ ਆਉਣੀ ਹੈ, ਤੇ ਉਹਦੇ ਨਾਲ ਰਿਲੇਟਡ ਜਿਹੜੇ ਉਹਦੇ ਵਿੱਚ ਤੁਹਾਨੂੰ ਮੇਨ ਪੁਆਇੰਟਸ ਲੱਗੇ ਨੇ ਉਹਨਾਂ ਨੂੰ ਆਪਣੇ ਗਰੁੱਪ ਦੇ ਵਿੱਚ ਡਿਸਕਸ ਕਰਨਾਗਾ, ਉਸ ਤੋਂ ਬਾਅਦ ਪੂਰੀ ਕਲਾਸ ਦੇ ਵਿੱਚ ਡਿਸਕਸ ਕਰਨਾਗਾ, ਹੈ ਨਾ। ਤਾਂ ਇਹ ਕਿਹੜੀ ਰੀਡਿੰਗ ਹੁੰਦੀ ਆ, ਤਾਂ ਜਿਹੜਾ ਸਾਡਾ ਇਹ ਕੀ ਹੋਊਗਾ ਜੀ, ਸਾਡਾ ਐਕਸਟੈਂਸਿਵ ਰੀਡਿੰਗ ਹੋਊਗੀ, ਕਿਉਂਕਿ ਇਹ ਸਟੋਰੀ ਉਹਨਾਂ ਨੇ ਕਿਹਾ ਨਾ ਇੱਕ ਸਟੋਰੀ ਪੜ੍ਹੀ, ਉਸ ਤੋਂ ਬਾਅਦ ਉਹਨਾਂ ਨੂੰ ਡਿਸਕਸ਼ਨ ਕੀਤਾ, ਮਤਲਬ ਕਿ ਇੱਕ ਤਰ੍ਹਾਂ ਨਾਲ ਫਨ ਦੇ ਵਿੱਚ ਕੀ ਆ ਉਹ ਸਿੱਖ ਰਹੇ ਨੇ ਬੱਚੇ, ਤਾਂ ਇਹ ਸਾਡੀ ਐਕਸਟੈਂਸਿਵ ਰੀਡਿੰਗ ਹੋਈ। ਤਾਂ ਥਰਡ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਆ। ਨੈਕਸਟ ਹੈ ਵਟ ਇਜ਼ ਦ ਫੋਲੋਇੰਗ ਸਟ੍ਰੈਟਜੀ ਨੋਨ ਐਜ਼ ਇਨ ਰੀਡਿੰਗ। ਇਹਨਾਂ ਦੇ ਵਿੱਚੋਂ ਨੀਚੇ ਵਾਲੀ ਜਿਹੜੀਆਂ ਸਟ੍ਰੈਟਜੀਆਂ ਦਿੱਤੀਆਂ ਹੋਈਆਂ ਨੇ ਤਾਂ ਰੀਡਿੰਗ ਦੇ ਵਿੱਚ ਕਿਹੜੀ ਜਿਹੜਾ ਨੋਨ ਹੈ। ਦ ਟੈਕਸਟ ਇਜ਼ ਰੀਡ ਮੋਰ ਸਲੋਲੀ ਐਂਡ ਇਨ ਡਿਟੇਲ ਟੂ ਗੈਟ ਦ ਜਿਸਟ ਔਰ ਓਵਰਆਲ ਸੈਂਸ ਆਫ ਦੀ ਟੈਕਸਟ। ਓਕੇ, ਕਹਿੰਦੇ ਜਿਹੜਾ ਟੈਕਸਟ ਪੜ੍ਹਿਆ ਜਾਂਦਾ ਗਾ ਬਹੁਤ ਹੀ ਜ਼ਿਆਦਾ ਸਲੋ ਪੜ੍ਹਿਆ ਜਾਂਦਾ ਗਾ, ਅਤੇ ਡਿਟੇਲ ਦੇ ਵਿੱਚ ਪੜ੍ਹਿਆ ਜਾਂਦਾ ਗਾ ਕਿਸ ਚੀਜ਼ ਨੂੰ ਪ੍ਰਾਪਤ ਕਰ ਲਈ, ਜਿਸਟ, ਜਿਹਨੂੰ ਅਸੀਂ ਸੈਂਟਰਲ ਆਈਡੀਆ ਮੇਨ ਆਈਡੀਆ ਕਹਿੰਦੇ ਹਾਂ ਨਾ, ਇੱਕ ਜਿਸਟ ਕੱਢਣਾ ਹੁੰਦਾ ਉਹਦੇ ਵਿੱਚੋਂ, ਡਿਟੇਲ ਨਾਲ ਪੜ੍ਹਦੇ ਨੇ ਹੌਲੀ ਹੌਲੀ, ਜਿਹੜੀ ਓਵਰਆਲ ਸੈਂਸ ਉੱਥੇ ਟੈਕਸਟ ਦੀ ਜਿਹੜੀ ਉਹਨੂੰ ਸਾਨੂੰ ਪਤਾ ਲੱਗ ਜੇ। ਤਾਂ ਇਹ ਕੀ ਹੁੰਦੀ ਹੈਗੀ, ਸਮਰਾਈਜ਼ਿੰਗ, ਇੱਕ ਤਰ੍ਹਾਂ ਨਾਲ ਸਮਰਾਈਜ਼ ਕੀਤਾ ਪਿਆ ਹੁੰਦਾ ਗਾ ਉਹ ਸਾਰਾ ਟੈਕਸਟ ਕਹਿੰਦੇ, ਜਾਂ ਫਿਰ ਸਕੀਮਿੰਗ ਹੈਗੀ ਇਹ, ਜਾਂ ਫਿਰ ਸਕੈਫੋਲਡਿੰਗ ਜਾਂ ਸਕੈਨਿੰਗ। ਤਾਂ ਅਸੀਂ ਦੇਖਿਆ ਸੀ ਜਦੋਂ ਉਹਨਾਂ ਨੇ ਹੌਲੀ ਹੌਲੀ ਡਿਟੇਲ ਦੇ ਵਿੱਚ ਪੜ੍ਹ ਰਹੇ ਨੇਗੇ ਉਹਨੂੰ ਚੀਜ਼ ਨੂੰ, ਹੈ ਨਾ, ਤਾਂ ਇਹ ਕੀ ਕੀਤਾ ਜਾ ਰਿਹਾ ਹੈਗਾ, ਸਕੀਮਿੰਗ ਹੋ ਗਈ। ਓਕੇ, ਤਾਂ ਇਹਦੇ ਵਿੱਚ ਕਿਹੜੀ ਸਟ੍ਰੈਟਜੀ ਹੈ ਰੀਡਿੰਗ ਦੀ, ਇਹ ਸਕੀਮਿੰਗ ਸਟ੍ਰੈਟਜੀ ਹੈ। ਓਕੇ, ਹਾਂਜੀ, ਲਾਸਟ ਕੁਐਸਚਨ ਹੈ ਮੈਚ। ਮੈਚ ਦ ਟਾਈਪਸ ਆਫ ਰਾਈਟਿੰਗ ਵਿਦ ਦੇਅਰ ਕਰੋਸਪੋਂਡਿੰਗ ਕੈਟੇਗਰੀ। ਓਕੇ, ਇਹਨਾਂ ਨਾਲ ਸੰਬੰਧਿਤ ਜਿਹੜੀ ਕੈਟੇਗਰੀ ਨੂੰ ਦੇ ਨਾਲ ਇਹਨਾਂ ਨੂੰ ਮੈਚਿੰਗ ਕਰਨੀ ਹੈ ਰਾਈਟਿੰਗ ਦੀ। ਓਕੇ, ਹੁਣ ਦੇਖੋ ਜੀ ਪਰਸਨਲ, ਇੱਧਰ ਦੇਖੋ ਪਰਸਨਲ ਆ ਗਿਆ, ਲੈਟਰ ਆਫ ਕੰਪਲੇਂਟ ਰਾਈਟਿੰਗ, ਡਾਇਰੀ ਰਾਈਟਿੰਗ, ਜਾਂ ਫਿਰ ਸਿਨੋਪਸਿਸ ਰਾਈਟਿੰਗ, ਜਾਂ ਫਿਰ ਟਰੈਵਲੌਗ। ਤਾਂ ਪਰਸਨਲ ਦੇ ਵਿੱਚ ਕਿਹੜਾ ਹੋਊਗਾ ਆਪਾਂ ਦੇਖੋ, ਫਿਰ ਸਟੱਡੀ ਰਾਈਟਿੰਗ ਆ ਜਾਂਦੀ ਆ, ਕ੍ਰੀਏਟਿਵ ਰਾਈਟਿੰਗ ਆ ਜਾਂਦੀ ਹੈ, ਜਾਂ ਪਬਲਿਕ ਰਾਈਟਿੰਗ ਆ ਜਾਂਦੀ ਆ। ਤਾਂ ਇਹਦੇ ਮੁਤਾਬਕ ਦੇਖਿਆ ਜਾਊਗਾ ਹੁਣ ਕਿਹੜੀ ਆਪਸ਼ਨ ਆਊਗੀ ਆਪਣੀ। ਓਕੇ, ਤਾਂ ਪਰਸਨਲ ਨੂੰ ਕਿਹਦੇ ਨਾਲ ਅਟੈਚ ਕਰਾਂਗੇ ਅਸੀਂ ਜੀ, ਇੱਧਰ ਪਰਸਨਲ ਆ ਜਿਹੜਾ ਇਹ ਸਾਡੇ ਕੀ ਹੁੰਦਾ ਗਾ, ਪਰਸਨਲ ਹੈ ਜਿਹੜਾ ਸਾਡਾ, ਹੁਣ ਜਦੋਂ ਅਸੀਂ ਪਰਸਨਲੀ ਕੀ ਲਿਖਿਆ ਜਾਂਦਾ ਹੁੰਦਾ ਗਾ, ਡਾਇਰੀ ਰਾਈਟਿੰਗ ਆ ਜਾਂਦੀ। ਓਕੇ, ਤਾਂ ਇਹਨੂੰ ਅਸੀਂ ਬੀ ਦੇ ਨਾਲ ਮੈਚ ਕਰ ਦਿੰਦੇ ਹੈਗੇ। ਤਾਂ ਇੱਥੇ ਦੇਖਦੇ ਹਾਂ ਅਸੀਂ ਬੀ ਨਾਲ ਕਿਹੜਾ ਮੈਚ, ਪਹਿਲੇ ਦਾ ਪਹਿਲੀ ਆਪਸ਼ਨ ਦੇ ਵਿੱਚ ਪਿਆ ਕਿ 2। ਠੀਕ ਹੈ, ਸਟੱਡੀ ਰਾਈਟਿੰਗ, ਹਾਂਜੀ ਸਟੱਡੀ ਰਾਈਟਿੰਗ ਕੀ ਹੁੰਦੀ ਹੈ ਸਾਡੀ, ਜਿਹੜੇ ਵਿੱਚ ਕੀ ਹੁੰਦਾ ਗਾ ਅਸੀਂ ਓਵਰਵਿਊ ਦੇਖਦੇ ਹੁੰਦੇ ਹੈਗੇ, ਹੈ ਨਾ, ਉਹਦੇ ਵਿੱਚ ਮੇਨ ਪੁਆਇੰਟਸ ਦਾ ਉਹਨੂੰ ਓਵਰਵਿਊ ਕੀਤਾ ਜਾਂਦਾ ਗਾ। ਤਾਂ ਇਹ ਹੁੰਦਾ ਸਾਡਾ ਸਿਨੋਪਸਿਸ। ਠੀਕ ਹੈ, ਸਿਨੋਪਸਿਸ ਨੂੰ ਅਸੀਂ ਕਹਿੰਦੇ ਹੈਗੇ ਓਵਰਵਿਊ ਕੀਤਾ ਜਾਂਦਾ ਜਿਹੜਾ। ਤਾਂ ਸਟੱਡੀ ਰਾਈਟਿੰਗ ਸਾਡੀ ਸੀ ਦੇ ਨਾਲ ਮੈਚ ਹੋ ਜਾਏਗੀ। ਉਸ ਤੋਂ ਬਾਅਦ ਕ੍ਰੀਏਟਿਵ ਰਾਈਟਿੰਗ, ਕ੍ਰੀਏਟਿਵ ਰਾਈਟਿੰਗ ਕੋਈ ਕ੍ਰੀਏਟਿਵ ਚੀਜ਼ ਲਿਖਣਾ, ਹੈ ਨਾ, ਕ੍ਰੀਏਟਿਵਿਟੀ ਸ਼ੋ ਕਰਨੀ। ਤਾਂ ਇਹ ਸਾਡੀ ਕਿਸ ਚੀਜ਼ ਨਾਲ, ਲੈਟਰ ਆਫ ਕੰਪਲੇਂਟ ਰਾਈਟਿੰਗ ਜਾਂ ਫਿਰ ਟਰੈਵਲੌਗ। ਤਾਂ ਟਰੈਵਲ ਕੀਤੀ ਹੈ ਕੋਈ ਉਸ ਦੇ ਨਾਲ ਰਿਲੇਟਡ ਆ ਜਾਏਗਾ, ਤਾਂ ਇਹ ਡੀ ਨਾਲ ਮੈਚ ਕਰੇਗਾ। ਪਬਲਿਕ ਰਾਈਟਿੰਗ ਕਿਹੜੀ ਹੁੰਦੀ ਜੀ, ਲੈਟਰ ਆਫ ਕੰਪਲੇਂਟ ਰਾਈਟਿੰਗ। ਤਾਂ ਇਹ ਸਾਡਾ ਜਿਹੜਾ ਇੱਧਰ ਸੌਰੀ 4th ਏ ਨਾਲ ਹੋ ਜਾਏਗਾ। ਤਾਂ ਹੁਣ ਇੱਧਰ ਵੇਖਦੇ ਹਾਂ ਅਸੀਂ ਆਪਸ਼ਨਸ ਦੇ ਵਿੱਚ, ਫਸਟ ਦਾ ਬੀ, ਸੈਕਿੰਡ ਦਾ ਸੀ, ਥਰਡ ਦਾ ਡੀ, ਫੋਰਥ ਦਾ ਏ। ਇੱਥੇ ਗਲਤ ਲਾਈ ਪਈ ਆਪਸ਼ਨ, ਸੌਰੀ, ਤੇ 3 ਆਊਗਾ। ਓਕੇ, ਤਾਂ ਸਾਡੀ ਇਹਦੇ ਮੁਤਾਬਕ ਪਹਿਲੀ ਆਪਸ਼ਨ ਬਿਲਕੁਲ ਸਹੀ ਬਣ ਜਾਂਦੀ ਹੈ। ਓਕੇ, ਹਾਂਜੀ, ਤਾਂ ਅੱਜ ਦੀ ਆਪਣੀ ਕਲਾਸ ਕੰਪਲੀਟ ਹੁੰਦੀ ਆ। 25 MCQ ਸੀਗੇ, ਆਪਣੀ ਲੈਂਗੁਏਜ ਸਕਿੱਲਸ ਨਾਲ ਰਿਲੇਟਡ ਸੀ ਇਹ ਸਾਰੇ।
ਤਾਂ ਆਈ ਹੋਪ ਕਿ ਤੁਹਾਨੂੰ ਵਧੀਆ ਸਮਝ ਵੀ ਆਏ ਹੋਣਗੇ। ਕੱਲ ਤੋਂ ਆਪਾਂ ਕਲਾਸ ਕੰਟੀਨਿਊ ਕਰਾਂਗੇ, ਥਿਊਰੀ ਕਰਾਂਗੇ। ਥੈਂਕ ਯੂ ਸੋ ਮੱਚ।